ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬੰਦ ਹੋ ਜਾਂਦਾ ਆਪਸੀ ਚੱਕਰ ਕਰਨ। ਤੇ ਹੈਰਾਨਗੀ ਦੀ ਗੱਲ ਆ ਵੀ 10 ਮਹੀਨੇ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਤੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚੋਂ, ਖਿਮਾ ਕਰਿਓ 6 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੇ ਕਹਿੰਦਾ 6 ਗੁਰੂ ਨਾਨਕ ਦਾ ਰੂਪ, ਉੱਥੇ ਉਹਨਾਂ ਦੇ ਲਾਗੇ 10 ਮਹੀਨਿਆਂ ਤੋਂ ਮੈਂ ਕਹੂੰਗਾ ਕਿ ਜਿੰਦਾ ਲਾ ਕੇ ਕੈਦ ਕੀਤੇ ਹੋਏ ਆ। ਤੇ ਜਿਹੜੇ ਮੈਂਬਰ ਦੇ ਹੁਣ ਜਿਹੜਾ ਮੈਂਬਰ ਹੈਗਾ ਇਹਦੇ ਹਲਕੇ ਦੇ ਇਹਦੇ ਘਰ ਤੋਂ ਮਹਿਜ 5 ਕਿਲੋਮੀਟਰ 10 ਮਹੀਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ, ਤੈਨੂੰ ਨੀਂਦ ਕਿੱਦਾਂ ਆ ਗਈ ਭੈੜਿਆ? ਇਹ ਮੈਂਬਰ ਜਿਹੜੇ ਹੈਗੇ 2-4 ਉਂਗਲਾਂ ਤੇ ਗਿਣਨ ਵਾਲੇ, ਇਹ ਤਾਂ ਮਾਮਲੇ ਨੂੰ ਰਫਾ ਦਫਾ ਕਰਾਉਣ ਜਾਂਦੇ ਆ ਪੁਲਿਸ ਦੇ ਨਾਲ ਬਹਿ ਕੇ। ਜੇ ਇੱਥੇ ਸਤਕਾਰ ਕਮੇਟੀ ਦੇ ਸਿੰਘ ਆ ਗਏ ਤੇ ਉਹ ਸ਼ਰਾਰਤੀ ਅਨਸਰ ਆ, ਉਹਨਾਂ ਨੇ ਰੌਲਾ ਪਾ ਦੇਣਾ ਤੇ ਸਾਡੀਆਂ ਵੋਟਾਂ ਖਰਾਬ ਹੋ ਜਾਣੀਆਂ। ਤੁਸੀਂ ਕਹਿੰਦੇ ਉਹਨਾਂ ਨੂੰ ਨਾਲ ਲੈ ਕੇ ਚੱਲੋ। ਅਸੀਂ ਉਹ ਬੇਰ ਸਾਹਿਬ ਲੈ ਕੇ ਆਏ, ਮੈਂ ਗੱਲ ਕੀਤੀ ਉੱਥੇ ਦੇ ਪ੍ਰਬੰਧਕਾਂ ਨਾਲ, ਕਹਿੰਦੇ ਜੀ 15 ਮਿੰਟ 'ਚ ਆ ਗਏ। ਮਤਲਬ ਕਿ ਉੱਥੇ ਜਗ੍ਹਾ ਨਹੀਂ ਜੀ, ਪ੍ਰਬੰਧ ਨਹੀਂ ਜੀ, ਆਹ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਵਾਸਤੇ ਜਗ੍ਹਾ ਨਹੀਂ? ਹਾਂਜੀ, ਇਹਦਾ ਜਵਾਬ ਉਹ ਦੇ ਸਕਦੇ। ਰੋਸ਼ ਵੀ ਆਉਂਦਾ ਵੀ ਅਸੀਂ ਇੰਨੀ ਭਾਵਨਾ ਦੇ ਨਾਲ ਲੈ ਕੇ ਆਏ ਹਾਂ, ਤੇ ਸਿੰਘਾਂ ਨੇ ਇੰਨੀ ਕੀ ਗੱਲ ਕਹੀ ਵੀ ਅਸੀਂ ਚਲੋ ਫਿਰ ਨਹੀਂ ਤਾਂ ਅਸੀਂ ਉੱਥੇ ਲੈ ਜਾਂਦੇ ਸਭਰਾਵਾਂ। ਲੈ ਜਾਓ ਜੀ, ਫਿਰ ਤੁਹਾਡੀ ਮਰਜ਼ੀ ਆ। ਉਹਨਾਂ ਦਾ ਜਵਾਬ ਇਹ ਸੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਕੋਈ ਨਾ ਕੋਈ ਮੁੱਦਾ ਲੈ ਕੇ, ਕੋਈ ਨਾ ਕੋਈ ਸ਼ਖਸੀਅਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦਾ ਵਾਂ। ਕਈ ਵਾਰੀ ਸਟੂਡੀਓ ਦੇ ਵਿੱਚ ਨਿਯੋਤਾ ਦਿੱਤਾ ਜਾਂਦਾ ਤੇ ਕਈ ਵਾਰੀ ਗੈਸਟ ਦੇ ਕੋਲ ਮੈਂ ਆਪਣੀ ਆਪ ਪਹੁੰਚ ਕਰ ਜਾਂਦਾ ਵਾਂ। ਕੋਸ਼ਿਸ਼ ਮਨ ਦੇ ਵਿੱਚ ਹੁੰਦੀ ਹੈ ਵੀ ਜੋ ਕਰੰਟ ਇਸ਼ੂ ਨੇ ਉਹ ਤੁਹਾਡੇ ਅੱਗੇ ਰੱਖੇ ਜਾਣ, ਕਿਉਂਕਿ ਕੱਲ੍ਹ ਦਾ ਇੱਕ ਬੜਾ ਵੱਡਾ ਮਾਮਲਾ ਸਿੱਖ ਪੰਥ ਦੇ ਸਾਹਮਣੇ ਆਇਆ। ਉਹ ਕਿਤੇ ਨਾ ਕਿਤੇ ਗੱਲ ਸੁਣਨ ਤੋਂ ਬਾਅਦ, ਦੇਖਣ ਤੋਂ ਬਾਅਦ ਸਾਨੂੰ ਨਮੋਸ਼ੀ ਜੀ ਵੀ ਹੋਈ। ਸੁਖਜੀਤ ਸਿੰਘ ਖੋਸਾ ਨੇ ਕੱਲ੍ਹ ਕਾਫੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕਿ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 6 ਸਵਰੂਪ ਜੋ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਇੰਝ ਕਹਿ ਲਈਏ ਵੀ ਇੱਕ ਦਿਨ ਵੀ ਪ੍ਰਕਾਸ਼ ਨਹੀਂ ਹੋਏ। ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਵਰੂਪ ਸਨ? ਜੇ ਗੁਰਦੁਆਰਾ ਸਾਹਿਬ ਦੇ ਵਿੱਚ ਸਵਰੂਪ ਸਨ ਤੇ ਫਿਰ ਪ੍ਰਕਾਸ਼ ਕਿਉਂ ਨਹੀਂ ਹੋਏ? ਬਹੁਤ ਵੱਡਾ ਸਵਾਲ ਆ ਜਾਂਦਾ ਹੈ। ਜੇ ਕੋਈ ਡੇਰੇਦਾਰ ਹੈ, ਮਖੰਤ ਹੈ, ਤੇ ਸਵਾਲ ਪੈਦਾ ਹੋ ਜਾਂਦਾ ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਕਿਹਨਾਂ ਦੀ ਬਣਦੀ ਹੈ? ਆਓ ਇਸ ਸਾਰੇ ਮੁੱਦੇ ਦੇ ਉੱਪਰ ਆਪਾਂ ਜਾਣਕਾਰੀ ਲੈਂਦੇ ਹਾਂ। ਤੇ ਸਾਡੇ ਨਾਲ ਨੇ ਵੀਰ ਸੁਖਜੀਤ ਸਿੰਘ ਜੀ ਖੋਸਾ। ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਵੀਰ ਜੀ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਕਾਫੀ ਕੱਲ੍ਹ ਤੁਸੀਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕਿ ਅਸੀਂ ਸਵਰੂਪ ਲੈਣ ਜਾ ਰਹੇ ਹਾਂ, ਫਿਰ ਉਸ ਤੋਂ ਬਾਅਦ ਗੱਲ ਤੁਸੀਂ ਕੀਤੀ ਹੈ ਵੀ ਸਵਰੂਪ ਲੈ ਕੇ ਅਸੀਂ ਆ ਗਏ ਹਾਂ, ਤੇ ਉਹਦੇ ਵਿੱਚ ਤੁਸੀਂ ਇਹ ਹਵਾਲਾ ਦਿੱਤਾ ਹੈ ਵੀ ਕਿਸੇ ਪਿੰਡ ਦੇ ਵਿੱਚੋਂ ਸਵਰੂਪ ਲੈਣ ਜਾ ਰਹੇ ਹਾਂ। 6 ਸਵਰੂਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ, ਤੇ ਪਿਛਲੇ 10 ਮਹੀਨਿਆਂ ਤੋਂ ਪ੍ਰਕਾਸ਼ ਨਹੀਂ ਹੋਇਆ। ਉਹ ਗੁਰਦੁਆਰਾ ਸਾਹਿਬ ਹੈ, ਡੇਰਾ ਹੈ, ਜਾਂ ਕਿਹੜੀ ਜਗ੍ਹਾ? ਕੀ ਐਸਾ ਕਾਰਨ ਹੈ, ਰੀਜ਼ਨ ਹੈ ਜਿਹਦੇ ਕਰਕੇ ਪ੍ਰਕਾਸ਼ ਹੀ ਨਹੀਂ ਹੋਇਆ? ਮੇਰੇ ਕੋਲ ਪਿਛਲੇ ਇਹ 2 ਮਹੀਨੇ ਤੋਂ ਗੱਲ ਘੁੰਮ ਰਹੀ ਸੀਗੀ ਕਿ ਪਿੰਡ ਬਲੰਦਾ ਜੀ, ਉੱਥੇ ਅੱਜ ਤੋਂ 10 ਮਹੀਨੇ ਪਹਿਲਾਂ ਪ੍ਰਬੰਧ ਨੂੰ ਲੈ ਕੇ ਕਤਲ ਹੁੰਦਾ ਆ। ਕਤਲ ਹੋਣ ਤੋਂ ਬਾਅਦ ਜਿਹੜਾ ਉਹ ਉੱਥੇ ਦਾ ਜਿਹੜਾ ਸੇਵਾਦਾਰ ਥਾਪਣਾ ਸੀਗਾ, ਉਹਦੇ ਕਤਲ ਤੋਂ ਬਾਅਦ ਕੁਝ ਲੋਕ ਪਿੰਡ ਦੇ ਜੇਲ੍ਹ 'ਚ ਚਲ ਜਾਂਦੇ ਆ। ਤੇ ਗੁਰਦੁਆਰਾ ਜਾਂ ਕੁਟੀਆ ਉਹ ਬਣੀ ਹੋਈ ਆ, ਨਾਂ ਗੁਰਦੁਆਰੇ ਦਾ ਦਿੱਤਾ, ਮਹੰਤਾਂ ਦੀ ਕਿਸੇ ਸਾਧੂ ਬਾਬੇ ਦੀ ਕੁਟੀਆ ਹੈਗੀ ਆ, ਉਹਦੀ ਉੱਥੇ ਤਸਵੀਰ ਵਗੈਰਾ ਵੀ ਲੱਗੀ ਹੋਈ ਉਹਨਾਂ ਦੀ। ਤੇ ਉਹ ਮਤਲਬ ਉੱਥੇ ਜਿੰਦਾ ਲਾ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬੰਦ ਹੋ ਜਾਂਦਾ ਆਪਸੀ ਚੱਕਰ ਕਰਨ। ਤੇ ਹੈਰਾਨਗੀ ਦੀ ਗੱਲ ਆ ਵੀ 10 ਮਹੀਨੇ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਆ, ਜਿੰਦਾ ਲੱਗਾ ਰਹਿੰਦਾ। ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਨਹੀਂ। ਜਿੰਦਾ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਹੈ ਜਾਂ ਕੋਰਟ ਵੱਲੋਂ ਲਾਇਆ ਗਿਆ ਹੈ? ਉਹ ਜਿੰਦਾ ਕਿਹਨਾਂ ਵੱਲੋਂ ਲਾਇਆ ਗਿਆ ਸੀ? 2 ਧੜਿਆਂ ਦੀ ਆਪਸੀ ਪ੍ਰਬੰਧ ਨੂੰ ਲੈ ਕੇ ਖਿੱਚੋਤਾਣ ਕਰਕੇ ਕਤਲ ਹੁੰਦਾ। ਕਤਲ ਹੋ ਗਿਆ। ਕਤਲ ਤੋਂ ਬਾਅਦ ਫਿਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਾਲ ਨੂੰ ਜਿੰਦਾ ਲਾਉਣਾ ਠੀਕ ਸਮਝ ਲੈਂਦੇ ਆ। ਠੀਕ ਹੈ। ਤੇ ਇਹ ਜਿਹੜੀ ਬੇਅਦਬੀ ਆ, ਇਹਦੇ ਲਈ ਮੈਂ ਤੁਹਾਨੂੰ ਇੱਕ ਹੋਰ ਵੀ ਅਹਿਮ ਜਾਣਕਾਰੀ ਦਿੰਦਾ ਵਾਂ ਕਿ ਜਿਹੜਾ ਇਹ ਬਲੰਦਾ ਪਿੰਡ ਆ, ਇਹ ਸ਼੍ਰੋਮਣੀ ਕਮੇਟੀ ਮੈਂਬਰ ਹੈਗੇ ਬਲਦੇਵ ਸਿੰਘ ਕਲਿਆਣ ਜੀ। ਉਹਨਾਂ ਤੋਂ ਮਹਿਜ 5-5.5 ਕਿਲੋਮੀਟਰ ਦੂਰ ਆ। ਉਹਨਾਂ ਨੂੰ ਇਸ ਕਹਾਣੀ ਬਾਰੇ, ਸਾਰੀ ਬਾਰੇ ਪਤਾ ਵੀ ਹੈ। ਪਤਾ ਹੈ ਉਹਨਾਂ ਨੂੰ? ਪਤਾ ਹੈ, ਪਰ ਫਿਰ ਵੀ ਉਸ ਜਿਹੜੇ ਜ਼ੋਨ ਦੇ ਐਸਜੀਪੀਸੀ ਦੇ ਪ੍ਰਚਾਰਕ ਨੇ ਉਹਨਾਂ ਨੂੰ ਵੀ ਪਤਾ ਹੋਵੇਗਾ। ਨੈਚੁਰਲੀ ਗੱਲ ਹੈ। ਮੈਂ ਇੰਨੀ ਹੈਰਾਨਗੀ ਹੋਈ ਆ ਵੀ ਬੜਾ ਉੱਥੇ
ਸਾਡੇ ਪਾਵਨ ਪਿੱਤਰ ਸਥਾਨ ਮੰਜੀ ਸਾਹਿਬ ਤੇ ਬਹਿ ਕੇ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਉੱਥੇ ਵੱਡੇ ਵੀਰ ਪ੍ਰਚਾਰਕ ਕਈ ਕਰਦੇ ਆ ਗੱਲਾਂ ਜੀ। ਕਿ ਸ਼੍ਰੋਮਣੀ ਕਮੇਟੀ ਨੇ ਆਹ ਕੀਤਾ, ਅਸੀਂ ਆਹ ਕੀਤਾ। ਮੌਜੂਦਾ ਸਮੇਂ ਦੇ ਹੋਰ ਵੀ ਜਿਹੜੇ ਪ੍ਰਬੰਧਕ ਹੈਗੇ ਉਹ ਬਹੁਤ ਵੱਡੀਆਂ ਗੱਲਾਂ ਕਰਦੇ ਆ ਜੀ, ਪਰ ਇਸ ਬੰਨੇ ਕਿਸੇ ਦਾ ਧਿਆਨ ਨਹੀਂ ਹੈਗਾ। ਇੰਨੀ ਪ੍ਰਚਾਰਕਾਂ ਦੀ ਫੌਜ, ਸ਼੍ਰੋਮਣੀ ਕਮੇਟੀ ਮੈਂਬਰ, ਸਭ ਕੁਝ ਹੁੰਦਿਆਂ ਹੋਣ ਦੇ ਉੱਥੇ ਲਾਗੇ ਕੋਈ ਹੋਰ ਵੱਡਾ ਸਥਾਨ, ਕੋਈ ਗੁਰਦੁਆਰਾ ਸਾਹਿਬ ਹੈ? ਹਾਂ ਬਿਲਕੁਲ, ਮੈਂ ਆਉਣਾ ਉੱਥੇ ਇੱਕ ਬੁਲੰਦਪੁਰੀ ਸਾਹਿਬ ਜਿਹਨੂੰ ਕਿਹਾ ਜਾਂਦਾ, ਬਾਬਾ ਜੀਤ ਸਿੰਘ ਹੁਣ ਤਾਂ ਮੇਰੇ ਖਿਆਲ ਚਲੇ ਗਏ ਉਸ ਦੁਨੀਆ ਤੋਂ, ਉਹਨਾਂ ਦਾ ਵੱਡਾ ਸਥਾਨ ਆ। ਉਹ ਤਾਂ ਮਹਿਜ ਅੱਧਾ ਕਿਲੋਮੀਟਰ ਵੀ ਨਹੀਂ ਦੂਰ ਹੈਗਾ ਪਿੰਡ ਤੋਂ, ਕਿ 5-10 ਕਿੱਲਿਆਂ ਦੀ ਵਾਟ ਆ ਜੀ। ਉਹਨਾਂ ਲੋਕਾਂ ਨੇ ਵੀ ਨਹੀਂ, ਜਿਹੜੇ ਲੋਕ ਉੱਚੇ ਨਿਸ਼ਾਨ ਸਾਹਿਬ ਲਾ ਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਜਿਹੜੇ ਕਹਿੰਦੇ ਅਸੀਂ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਆ, ਤੇ ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚੋਂ, ਫੋਟੋ ਵਿੱਚੋਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ, ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਆ ਜੀ। ਤੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚੋਂ, ਖਿਮਾ ਕਰਿਓ, 6 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੇ ਕਹਲਾ 6 ਗੁਰੂ ਨਾਨਕ ਦਾ ਰੂਪ ਉੱਥੇ ਉਹਨਾਂ ਦੇ ਲਾਗੇ 10 ਮਹੀਨਿਆਂ ਤੋਂ ਮੈਂ ਕਹੂੰਗਾ ਕਿ ਜਿੰਦਾ ਲਾ ਕੇ ਕੈਦ ਕੀਤੇ ਹੋਏ ਆ, ਨਜ਼ਰਬੰਦ ਆ ਇੱਕ ਤਰ੍ਹਾਂ ਨਾਲ, ਤੇ ਉਹਨਾਂ ਨੂੰ ਨਹੀਂ ਪਤਾ ਲੱਗਾ, ਉਹ ਗਏ ਹੀ ਨਹੀਂ ਹੈ। ਤੇ ਮੈਂ ਗੱਲ ਵੀ ਕਰਨ ਦੀ, ਸ਼ਬਦ ਗੁਰੂ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਹੈ? ਸ਼ਬਦ ਨੂੰ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ। ਆਪਾਂ ਕਹਿੰਦੇ ਪ੍ਰਗਟ ਗੁਰਾਂ ਕੀ ਦੇਹ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਤਾਂ ਨਜ਼ਰਬੰਦ ਕੀਤਾ ਹੋਇਆ ਨਾ, ਸ਼ਬਦ ਨੂੰ ਤਾਂ ਨਹੀਂ ਨਜ਼ਰਬੰਦ ਕੀਤਾ ਜਾ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਤਾਂ ਜਿੰਦਰਾ ਮਾਰ ਦਿੱਤਾ ਨਾ ਇਹਨਾਂ ਨੇ ਜੀ। ਆਪਦੇ ਵੱਲੋਂ ਵੇਖੋ, ਜਦੋਂ ਪ੍ਰਕਾਸ਼ ਨਹੀਂ ਹੋਣਾ, ਸੁੱਖ ਆਸਣ ਨਹੀਂ ਹੋਣਾ, ਜਿਉਂ ਦਾ ਤਿਉਂ, ਫਿਰ ਜਿਵੇਂ ਤੁਸੀਂ ਦੱਸਿਆ ਵੀ ਉਹ ਜਿੱਥੇ ਬੁਲੰਦਾ ਪਿੰਡ ਹੈ, 6 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀ, ਲੋਕ ਲੱਗਾ ਹੋਇਆ ਹੈ ਜੀ। ਪਿਛਲੇ 10 ਮਹੀਨਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਨਹੀਂ ਕੀਤੇ ਹੋਏ ਜੀ। ਉੱਥੋਂ ਦਾ ਪ੍ਰਬੰਧ ਹੁਣ ਕਿਹਨਾਂ ਕੋਲੇ ਆ? ਦੇਖੋ ਜੀ, ਉੱਥੇ ਫਿਰ ਅਸੀਂ ਸਾਡੇ ਕਿਉਂਕਿ ਕਤਲ ਹੋਇਆ ਸੀ, ਫਿਰ ਹੋਰ ਗੱਲ ਆ ਵੀ ਉਹ ਸਟੇ ਲਿਆਏ ਹੋਏ ਸੀ ਉਸ ਦਾ, ਅਦਾਲਤੀ। ਅੱਛਾ। ਅਦਾਲਤ ਸਟੇ ਦੇ ਵਿੱਚ ਮੈਨੂੰ ਲੱਗਦਾ ਇਸੇ ਪ੍ਰਕਿਰਿਆ 'ਚ ਜਿੰਦਾ ਲੱਗਾ ਹੋਣਾ। ਫਿਰ ਮੈਂ ਸੋਚਿਆ, ਮੈਂ ਸਿੰਘਾਂ ਨਾਲ ਵੀ ਗੁਰਮਤਾ ਕੀਤਾ, ਮੈਂ ਕਿਹਾ ਵੀ ਸਟੇ ਇਮਾਰਤ ਦਾ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਦਾ ਤਾਂ ਸਟੇ ਨਹੀਂ ਹੋ ਸਕਦਾ। ਮੈਂ ਫਿਰ ਇੱਕ ਐਪਲੀਕੇਸ਼ਨ ਲਿਖ ਕੇ ਮਾਨਯੋਗ ਸਾਡੇ ਜਿਹੜੇ ਮੌਜੂਦਾ ਡੀਐਸਪੀ ਸਾਹਿਬ ਹੈਗੇ ਆ ਸ਼ਾਹਕੋਟ, ਉਹਨਾਂ ਨੂੰ ਮਿਲਿਆ 2 ਦਿਨ ਪਹਿਲਾਂ। ਮੈਂ ਸਾਰੀ ਗੱਲ ਦੱਸੀ, ਮੈਂ ਕਿਹਾ ਭਾਈ ਆ ਤੁਹਾਡੇ ਸੇਵਾ ਆਈ ਆ ਹੱਥ, ਸਾਰੇ ਅਫਸਰ ਇੱਕੋ ਜਿਹੇ ਨਹੀਂ ਹੈਗੇ। ਉਹ ਕਹਿੰਦੇ ਜੀ ਹੈ ਇਦਾਂ 10 ਮਹੀਨੇ ਤੋਂ ਪ੍ਰਕਾਸ਼ ਹੋਇਆ ਹੀ ਨਹੀਂ। ਮੈਂ ਕਿਹਾ ਹਾਂਜੀ। ਕਹਿੰਦੇ ਜੀ ਮੈਂ ਕੱਲ ਚੱਲੂ। ਉਹ ਨਾਲ ਗਏ। ਅੱਛਾ, ਕੱਲ ਡੀਐਸਪੀ ਸਾਹਿਬ ਨਾਲ ਗਏ? ਡੀਐਸਪੀ ਸਾਹਿਬ, ਐਸਐਚਓ ਵੀ ਉੱਥੇ ਦੇ, ਉਹਨਾਂ ਨੇ ਫਿਰ ਉੱਥੋਂ ਦੇ ਸਰਪੰਚ ਨੂੰ ਬੁਲਾਇਆ, ਚਾਬੀ ਮੰਗਾਈ, ਜਿੱਦਾਂ ਜਿੰਦਾ ਖੋਲ੍ਹ ਕੇ ਵੇਖਿਆ ਮਖੂ ਸਾਹਿਬ। ਹੁਣ ਅਸੀਂ ਕਿਉਂਕਿ ਫੋਟੋਆਂ ਵਗੈਰਾ ਤਾਂ ਨਹੀਂ ਉਹ ਜਨਤਕ ਕੀਤੀਆਂ ਕਿ ਪਿਛਲੀ ਵਾਰ ਇੱਕ ਵਾਰ ਅਸੀਂ ਮਹਾਰਾਸ਼ਟਰ ਸਰੂਪ ਲੈ ਕੇ ਆਏ ਸੀਗੇ ਇੱਧਰ ਸਾਈਡ ਤੋਂ, ਮਥੁਰਾ ਵਾਲੀ ਸਾਈਡ ਤੋਂ, ਤੇ ਸੰਗਤ ਨੇ ਰੋਸ ਕੀਤਾ ਸੀ ਵੀ ਤੁਹਾਡੀ ਗੱਲ ਤੇ ਹੀ ਯਕੀਨ ਆ, ਤੁਸੀਂ ਫੋਟੋਆਂ ਨਾ ਜਨਤਕ ਕਰਿਆ ਕਰੋ, ਦਿਲ ਨੂੰ ਧੂ ਪੈਂਦੀ ਹੈ ਗੱਲ। ਤੇ ਉਹ ਅਸੀਂ ਫੋਟੋਆਂ ਨਹੀਂ ਜਨਤਕ ਕੀਤੀਆਂ, ਪਰ ਗੁਟਕਾ ਸਾਹਿਬ ਸਾਰੇ ਮਿੱਟੀ ਨਾਲ ਭਰੇ ਹੋਏ, ਬੁਰਾ ਹਾਲ, ਤੇ ਸੁੱਖ ਆਸਣ ਵਾਲੇ ਕਮਰੇ ਵਿੱਚ ਪਾਲਕੀ ਲਾਈ ਹੋਈ, ਤੇ ਉਹ ਕਿਤੇ ਇੱਕ ਅੱਧੀ ਵਾਰ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਜਿਉਂ ਦੀ ਤਿਉਂ ਉਵੇਂ ਹੀ, ਮਤਲਬ ਕੋਈ ਮਨ ਮਰਜ਼ਾਦਾ ਵਾਲੀ ਗੱਲ ਨਹੀਂ ਹੈਗੀ। ਫਿਰ ਅਸੀਂ ਆਪਦੀ ਸ਼ਰਧਾ ਭਾਵਨਾ ਮੁਤਾਬਕ ਪੱਖਾ ਵੀ ਲਾ ਲੈਂਦੇ ਆ, ਏਸੀ ਵੀ ਲਾਉਨੇ ਆ, ਤੇ ਉਹ ਸਾਰੀ ਪ੍ਰਕਿਰਿਆ, ਈਵਨ ਕਿ ਲਾਈਟ ਵੀ ਬਾਹਰੋਂ ਬੰਦ ਆ। ਅੱਛਾ ਜੀ। 10 ਮਹੀਨੇ ਤੋਂ ਨਾ ਉੱਥੇ ਕੋਈ ਲਾਈਟ, ਨਾ ਅੰਦਰ ਕੋਈ ਬੰਦਾ ਵੜਦਾ, ਨਾ ਕੋਈ ਗੱਲ, ਨਾ ਕੋਈ ਬਾਤ। ਤੇ ਉਹ ਚਲੋ ਮਹਾਰਾਜ ਨੇ ਕਿਰਪਾ ਕੀਤੀ, ਉਹ ਜਿੰਦਰਾ ਵਗੈਰਾ ਖੋਲ੍ਹਿਆ, ਅਰਦਾਸ ਬੇਨਤੀ ਕਰਕੇ ਫਿਰ ਮਹਾਰਾਜ ਦੇ ਸਰੂਪ ਅਸੀਂ ਉੱਥੋਂ ਸ਼੍ਰੀ ਬੇਰ ਸਾਹਿਬ ਕਿਉਂਕਿ ਆਪਣਾ ਜਿਹੜਾ ਮੇਨ ਕੇਂਦਰ ਹੈਗਾ ਇੱਧਰ ਦੇ ਦੁਆਬੇ ਏਰੀਏ ਦਾ, ਜਲੰਧਰ ਜ਼ਿਲ੍ਹੇ ਦਾ। ਮੈਂ ਥੋੜਾ ਜਿਹਾ ਰੁਕਣਾ ਚਾਹੁੰਦਾ ਵਾਂ, ਉੱਥੇ ਕੋਈ ਡੇਰਾ ਹੈ, ਸਮਾਧ ਹੈ, ਕੀ ਹੈ? ਹਾਂ, ਉੱਥੇ ਇੱਕ ਤੁਸੀਂ ਬੜੀ ਵੱਡੀ ਗੱਲ, ਚੰਗੀ ਗੱਲ ਕਰ ਦਿੱਤੀ ਕਿ ਉੱਥੇ ਨਾ ਨਾਲ ਇੱਦਾਂ, ਇੱਥੇ ਦਰਬਾਰ ਸਾਹਿਬ ਇੱਧਰਲੇ ਬੰਨੇ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ, ਕੋਈ ਕਮੀ ਨਹੀਂ ਹੈਗੀ ਇਮਾਰਤ 'ਚ। ਨਾਲ ਹੀ ਦੂਜੇ ਪਾਸੇ ਬਾਬਾ ਜੀ ਦੀ ਸਮਾਧ ਬਣੀ ਹੋਈ ਆ। ਕਿਹੜੇ ਬਾਬਾ ਜੀ ਦੀ? ਜਿਹੜੇ ਵੀ ਬਾਬਾ ਜੀ ਉੱਥੇ ਹੈਗੇ, ਜਿਹੜੇ ਵੀ ਹੋਣਗੇ ਜਾਂ ਜਿਹੜੇ ਉਹਨਾਂ ਦੇ ਪਹਿਲੇ ਹੈਗੇ ਆ, ਉਹਨਾਂ ਦੀ ਫੋਟੋ ਲੱਗੀ ਹੋਈ ਆ। ਖੰਡੇ ਵਾਲਾ ਰਮਾਲ ਸਾਹਿਬ ਥੱਲੇ ਵਿਛਾਇਆ ਹੋਇਆ, ਤੇ ਫੋਟੋ ਬਾਬੇ ਦੀ ਉੱਤੇ ਰੱਖੀ ਹੋਈ ਆ। ਤੇ ਜਿਹੜਾ ਸਮਾਧ ਵਾਲਾ ਕਮਰਾ ਆ ਉਹ ਖੁੱਲਾ ਆ। ਅੱਛਾ ਜੀ। ਉਹਨੂੰ ਕੋਈ ਲੋਕ ਨਹੀਂ ਹੈਗਾ। ਅੱਛਾ, ਉੱਥੇ ਲੋਕ ਜਾ ਰਹੇ ਨੇ? ਉੱਥੇ ਲੋਕ ਜਾ ਰਹੇ ਨੇ। ਤੇ ਬਾਹਰਲਾ ਜਿਹੜਾ ਮੇਨ ਗੇਟ ਆ ਉੱਥੇ ਵੀ ਕੋਈ ਲੋਕ ਨਹੀਂ ਹੈਗਾ। ਤੇ ਜਿਹੜਾ ਦਰਬਾਰ ਸਾਹਿਬ ਦਾ ਲੋਕ ਹੈਗਾ ਉਹ ਵੀ ਮੇਨ ਗੇਟ ਅੰਦਰੋਂ ਬੰਦ ਆ, ਤੇ ਦੂਜਾ ਜਿਹੜਾ ਜਿੰਦਰਾ ਵਾ ਬੜੇ ਪਿਛਲੇ ਬੰਨੇ ਦੀ ਇੱਦਾਂ ਖਿੜਕੀ ਵਿੱਚ ਦੀ ਹੱਥ ਪਾ ਕੇ ਅੰਦਰੋਂ ਜਿੰਦਾ ਉਹਨੂੰ ਲਾਇਆ ਹੋਇਆ। ਅੱਛਾ ਜੀ। ਹਾਂਜੀ। ਕੋਈ ਖੋਲ ਨਾ ਸਕੇ? ਕੋਈ ਖੋਲ ਨਾ ਸਕੇ।
ਹੁਣ ਇੱਥੇ ਇੱਕ ਸਵਾਲ ਮੇਰੇ ਮਨ ਦਾ ਆ, ਜੀ। ਜ਼ਰੂਰੀ ਨਹੀਂ ਕਿ ਤੁਸੀਂ ਸਹਿਮਤ ਹੋਵੋ, ਤੇ ਇੱਥੇ ਜੀ। ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰਾਂ ਵੀ ਐਜ਼ ਏ ਪੱਤਰਕਾਰ, ਐਜ਼ ਏ ਚੈਨਲ ਐਂਕਰ ਪ੍ਰੈਜ਼ੈਂਟਰ ਮੇਰੇ ਕੁਝ ਫਰਜ਼ ਨੇ, ਮੈਂ ਸਵਾਲ ਵੀ ਕਰਾਂਗਾ। ਜੀ। ਜਿਵੇਂ ਕਿ ਤੁਸੀਂ ਦੱਸਿਆ ਵੀ ਉੱਥੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਆ ਗਏ, ਤੇ ਜਿਹੜੀ ਸਮਾਧ ਹੈ ਉਹਦਾ ਦਰਵਾਜ਼ਾ ਖੁੱਲਾ ਸੀ। ਜੀ। ਤੁਹਾਨੂੰ ਐਸਾ ਨਹੀਂ ਲੱਗਦਾ ਪਿਆ ਵੀ ਤੁਸੀਂ ਖੁੱਲਾ ਮੈਦਾਨ ਛੱਡ ਕੇ ਆ ਗਏ ਉਹਨਾਂ ਨੂੰ? ਅੱਗੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਉ ਹੋਵੇਗਾ, ਜਾਂ ਆਪਾਂ ਇੰਜ ਕਰਕੇ ਮਰਿਆਦਾ ਬਹਾਲ ਕਰਵਾਉਂਦੇ? ਆਪਾਂ ਮਰਿਆਦਾ ਬਹਾਲ ਕਰਵਾਉਣ ਦੀ ਬਜਾਏ ਸਰੂਪ ਲੈ ਕੇ ਆ ਗਿਆ, ਖੁੱਲਾ ਮੈਦਾਨ ਦੇਤਾ ਵੀ ਚਲੋ ਵੀ ਖੇਡਦੇ ਫਿਰੋ ਮਿੱਤਰੋ, ਆ ਲਓ ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ ਵੀ ਤੁਹਾਨੂੰ ਦਿੱਤੀ। ਹੈ ਤੁਹਾਡਾ ਜਿਹੜਾ ਤਰਕ ਆ, ਤੁਹਾਡੀ ਸੋਚ ਆ, ਠੀਕ ਆ, ਇਹਨੂੰ ਮੁਬਾਰਕ ਆ। ਪਰੰਤੂ ਜੇ ਉਹਨਾਂ ਦੇ ਮਨ ਵਿੱਚ ਭੈ ਭਾਵਨਾ ਹੁੰਦੀ ਤੇ ਉਹ 10 ਮਹੀਨਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ। ਬੜੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਪਹਿਲਾਂ, ਉੱਥੇ ਹੈ ਹੀ ਪ੍ਰਬੰਧ ਨੂੰ ਰੌਲਾ। ਫਿਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ, ਉੱਥੇ ਇੱਕ ਤਾਂ ਜਿਹੜਾ ਆਪਾਂ ਬਾਬਿਆਂ ਦਾ ਉਹ ਅਸਥਾਨ ਹਨ, ਜਿਹੜੀ ਬਲੰਦਪੁਰ ਵਾਲਿਆਂ ਦੀ, ਉਹ ਹੈ ਹੀ 10 ਕਿੱਲੇ ਦੂਰ ਆ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਵੱਡੀ ਬਿਲਡਿੰਗ ਵੀ ਆ, ਸਾਰਾ ਕੁਝ ਪ੍ਰਬੰਧ ਵੀ ਆ। ਤੇ ਪਿੰਡ ਵਿੱਚ ਵੱਖਰੇ ਤੋਂ ਇੱਕ ਗੁਰਦੁਆਰਾ ਸਾਹਿਬ ਪਿੰਡ ਦਾ ਸਾਂਝਾ ਹੋਰ ਹੈ। ਤੋ ਇਸ ਕਰਕੇ ਸਾਡੇ ਮਨ 'ਚ ਦੁੱਖ ਵੀ ਹੋਇਆ ਕਿ ਅਰਸ਼ਾਂ ਪੁਰਸ਼ਾਂ ਦਾ ਮਾਲਕ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਦਰਬਾਰ ਸਾਹਿਬ ਪਾਲਕੀ ਸਾਹਿਬ ਨੂੰ ਮੋਢਾ ਦੇਣ ਵਾਸਤੇ ਸੰਗਤਾਂ ਤਰਸਦੀਆਂ, ਉਹਨਾਂ ਨੂੰ ਲੋਕ 'ਚ ਬੰਦ ਕਰਕੇ ਹੋਇਆ ਇਹਨਾਂ ਨੇ, ਨਜ਼ਰਬੰਦ ਮੈਂ ਸ਼ਬਦ ਵਰਤਦਾ ਹਾਂ, ਸ਼ਾਇਦ ਕਿਸੇ ਨੂੰ ਠੀਕ ਨਾ ਲੱਗੇ। ਤੇ ਜਿਹੜੀ ਆਪਦੇ ਬਾਬੇ ਦੀ ਸਮਾਧ ਹੈਗੀ ਆ, ਉਹਨੂੰ ਖੁੱਲੀ ਛੱਡੀ ਹੋਈ ਆ, ਉੱਥੇ ਕੋਈ ਸਟੇ ਨਹੀਂ ਹੈਗਾ, ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵਾਲੀ ਸਟੇ ਦੀਆਂ ਗੱਲਾਂ ਕਰਦੇ ਆ। ਇਸ ਕਰਕੇ ਅਸੀਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਉੱਥੋਂ ਬਾ ਅਦਬ ਸਤਿਕਾਰ ਲਿਆਉਣਾ ਠੀਕ ਸਮਝਿਆ। ਸਰੂਪ ਲੈ ਕੇ ਫਿਰ ਤੁਸੀਂ ਕਿੱਥੇ ਉਹ ਸਰੂਪ ਜਿਹੜੇ ਨੇ ਭੇਟਾ ਕੀਤੇ ਨੇ? ਸਾਡਾ ਪਹਿਲੀ ਮਨ ਦੀ ਇੱਛਾ ਹੁੰਦੀ ਆ ਕਿ ਸਾਡਾ ਜਿਹੜਾ ਪਾਵਨ ਪਵਿੱਤਰ ਸਥਾਨ ਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਸਾਡਾ ਦੁਆਬੇ ਦਾ ਲਗਭਗ ਜਲੰਧਰ ਕਪੂਰਥਲੇ ਜ਼ਿਲ੍ਹੇ ਦਾ ਉਹ ਹੈੱਡ ਕੁਆਟਰ ਹੈਗਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਜੀ। ਤੇ ਅਸੀਂ ਲਿਖਤੀ ਵੀ ਉੱਥੇ ਇਹੀ ਕਰਕੇ ਆਂਦਾ ਸੀ ਕਿ ਅਸੀਂ ਉੱਥੇ ਲੈ ਕੇ ਚੱਲੇ ਆ। ਪਰ ਅਫਸੋਸ ਸਾਰਿਆਂ ਨੂੰ ਅਸੀਂ ਵੈਸੇ ਕਈ ਵਾਰ ਇੱਕ ਰਸੇ ਨਿਗਾਹ ਲੈਂਦੇ ਹਾਂ, ਪਰ ਮੈਂ ਥੋੜ੍ਹੀ ਜਿਹੀ ਇੱਥੇ ਗੱਲ ਕਰਨੀ ਚਾਹੁੰਦਾ ਕਿ ਧੰਨਵਾਦੀ ਹਾਂ ਅਸੀਂ ਬਾਬਾ ਸ਼ਿੰਦਰ ਸਿੰਘ ਕਾਰ ਸੇਵਾ ਸਭਰਾਵਾਂ, ਤੁਹਾਡੇ ਜ਼ਿਲ੍ਹੇ 'ਚ ਹੀ ਪੈਂਦਾ ਮੇਰੇ ਖਿਆਲ ਫਿਰੋਜ਼ਪੁਰ ਦੇ ਲਾਗੇ। ਉਹਨਾਂ ਨੇ ਪਾਲਕੀ ਸਾਹਿਬ ਵੱਡੀ ਭੇਜੀ। ਪਹਿਲਾਂ ਤਾਂ ਸਾਨੂੰ ਇਹ ਵੀ ਬੜੀ ਵੱਡੀ ਮੁਸ਼ਕਲ ਆਉਂਦੀ ਸੀ ਕਿ ਪਾਲਕੀ ਸਾਹਿਬ ਕਿੱਥੋਂ ਲੈ ਕੇ ਆਈਏ, ਕਿਉਂਕਿ 6 ਸਰੂਪਾਂ ਨੂੰ ਲੈ ਕੇ ਆਉਣਾ ਅਦਬ ਸਤਿਕਾਰ ਨਾਲ। ਚਲੋ ਉਹਨਾਂ ਦਾ ਪਾਲਕੀ ਸਾਹਿਬ ਮਹਾਰਾਜ ਉਹਨਾਂ ਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਕਿਰਪਾ ਕਰੇ, ਹੋਰ ਉਹ ਸੇਵਾਵਾਂ ਉਹਨਾਂ ਨੂੰ ਬਖਸ਼ੇ ਸੱਚੇ ਪਾਤਸ਼ਾਹ। ਅਸੀਂ ਉਹ ਬੇਰ ਸਾਹਿਬ ਲੈ ਕੇ ਆਏ। ਮੈਂ ਗੱਲ ਕੀਤੀ ਉੱਥੇ ਦੇ ਪ੍ਰਬੰਧਕਾਂ ਨਾਲ, ਕਹਿੰਦੇ ਜੀ 15 ਮਿੰਟ 'ਚ ਆ ਗਏ। 15 ਮਿੰਟ ਅੱਧਾ ਘੰਟਾ, ਅਸੀਂ ਅੱਧਾ ਪੌਣਾ ਘੰਟਾ ਪਹਿਲਾਂ ਆ ਗਏ ਸੀ ਪਾਲਕੀ ਸਾਹਿਬ ਤੋਂ, ਕਿਉਂਕਿ ਪਾਲਕੀ ਸਾਹਿਬ ਨੇ ਸਹਿਜ ਨਾ ਆਉਣਾ ਹੁੰਦਾ। ਕਾਫੀ ਚਿਰ ਅਸੀਂ ਬੈਠੇ ਰਹੇ, ਅੱਧਾ ਘੰਟਾ ਪਾਲਕੀ ਸਾਹਿਬ ਵੀ ਆਣ ਕੇ ਉੱਥੇ ਠਰਾ ਕੀਤਾ, ਪਰ ਕਿਸੇ ਨੇ ਸਾਨੂੰ ਰਿਸਪੌਂਸ ਨਹੀਂ ਦਿੱਤਾ। ਕਾਰਨ ਸਰੂਪ ਲੈ ਕੇ ਆਏ ਸੀ? ਹਾਂਜੀ ਹਾਂਜੀ, ਮਤਲਬ ਕਿ ਉੱਥੇ ਜਗ੍ਹਾ ਨਹੀਂ ਜੀ, ਪ੍ਰਬੰਧ ਨਹੀਂ ਜੀ, ਆ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਵਾਸਤੇ ਜਗ੍ਹਾ ਨਹੀਂ? ਹਾਂਜੀ, ਇਹਦਾ ਜਵਾਬ ਉਹ ਦੇ ਸਕਦੇ ਆ ਜੀ। ਉਂਝ ਤੇ ਕਿਹਾ ਜਾਂਦਾ ਵੀ ਸਾਡੇ ਕੋਲ 500 ਬੰਦਾ ਆ ਜਾਏ, ਸਾਡੇ ਕੋਲ ਸਰਾਂ ਹੈ, ਸਾਡੇ ਕੋਲ 1000 ਬੰਦਾ ਆ ਜਾਏ, ਸਰਾਂ ਹੈ, ਲੰਗਰ ਪਾਣੀ ਦੀ ਵਿਵਸਥਾ ਹੈ, ਤੇ ਦੀਨ ਦੁਨੀਆ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਵਾਸਤੇ ਥਾਂ ਨਹੀਂ, ਇਹ ਗੱਲ ਕਹੀ ਗਈ ਹੈ। ਜਿਹੜੇ ਮੌਜੂਦਾ ਉੱਥੇ ਮੁੜ ਕੇ ਪ੍ਰਬੰਧਕ ਆ, ਉਹਨੇ ਚਿਰ ਨੂੰ ਉਹ ਵੀ ਆ ਗਏ ਮੈਨੇਜਰ ਦੇ ਰੂਪ 'ਚ। ਤੇ ਆਟੋਮੈਟਿਕ ਆ ਕੇ ਜਦੋਂ ਇਦਾਂ ਦੀ ਗੱਲ ਚੱਲਦੀ ਆ ਤੇ ਸਿੰਘਾਂ ਦੇ ਮਨ 'ਚ ਰੋਸ ਵੀ ਆਉਂਦਾ ਵੀ ਅਸੀਂ ਇੱਕ ਕਿਰਤੀ, ਸਾਰੇ ਕਿਰਤੀ ਸਿੱਖ ਆ, ਅੰਮ੍ਰਿਤ ਸੰਚਾਰ ਦਸਾ ਬਾਬਾ ਬਲਕਾਰ ਸਿੰਘ ਜੀ, ਇਹ ਭਾਈ ਲਖਵੀਰ ਸਿੰਘ ਮਾਲਮ, ਹੋਰ ਸਾਰੀਆਂ ਫੌਜਾਂ ਜਿੰਨੀਆਂ ਸਾਰੇ ਕਿਰਤੀ ਸਿੱਖ ਸੀ, ਨਕੋਦਰ ਵਾਲੇ ਸਿੰਘ ਸਾਰੇ ਇਕੱਠੇ ਹੋ ਗਏ, ਮਤਲਬ ਸਾਰੇ ਕਿਰਤੀ। ਉਹ ਫਿਰ ਮਨ 'ਚ ਇੱਕ ਰੋਸ਼ ਵੀ ਆਉਂਦਾ ਵੀ ਅਸੀਂ ਇੰਨੀ ਭਾਵਨਾ ਦੇ ਨਾਲ ਲੈ ਕੇ ਆਏ ਹਾਂ, ਤੇ ਸਿੰਘਾਂ ਨੇ ਇੰਨੀ ਕੀ ਗੱਲ ਕਹੀ ਵੀ ਅਸੀਂ ਚਲੋ ਫਿਰ ਨਹੀਂ ਤਾਂ ਅਸੀਂ ਉੱਥੇ ਲੈ ਜਾਂਦੇ ਸਭਰਾਵਾਂ, ਲੈ ਜਾਓ ਜੀ, ਫਿਰ ਤੁਹਾਡੀ ਮਰਜ਼ੀ ਆ। ਉਹਨਾਂ ਦਾ ਜਵਾਬ ਇਹ ਸੀ, ਇਹ ਨਹੀਂ ਕਿ ਪ੍ਰਬੰਧ ਕਰ ਲੈਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਦਿੱਤਾ ਖਾਂਦੇ ਹਾਂ। ਮੈਨੂੰ ਖਿਮਾ ਕਰਿਓ ਕਿ ਉਹਨਾਂ ਸੱਜਣਾ ਨੇ ਠੀਕ ਨਹੀਂ ਸਮਝਿਆ ਕਰਨਾ ਜਿੰਨੀ ਟੀਮ ਸੀ ਜੀ। ਤੇ ਅਸੀਂ ਭਰੇ ਮਨ ਨਾਲ ਫਿਰ ਉੱਥੋਂ ਮਹਾਰਾਜ ਸਾਹਿਬ ਦੇ ਸਰੂਪ ਇੱਥੇ ਸਭਰਾਵਾਂ। ਵੈਸੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਤਰ੍ਹਾਂ ਦੀ ਦਿੱਕਤ ਕਦੀ ਨਾ ਆਉਂਦੀ? ਜਿਵੇਂ ਤੁਸੀਂ ਡੀਐਸਪੀ ਸਾਹਿਬ ਨੂੰ ਨਾਲ ਲੈ ਕੇ ਗਏ, ਐਸਐਚਓ ਨੂੰ ਨਾਲ ਲੈ ਕੇ ਗਏ, ਜੇ ਉੱਥੋਂ ਦਾ ਜਿਹੜਾ ਲੋਕਲ ਐਸਜੀਪੀਸੀ ਮੈਂਬਰ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹਨਾਂ ਨੂੰ ਵੀ ਵਿਸ਼ਵਾਸ ਵਿੱਚ ਲਿਆ ਜਾਂਦਾ, ਪਹਿਲਾਂ ਗੱਲ ਕੀਤੀ ਜਾਂਦੀ ਵੀ ਦੇਖੋ ਜਨਾਬ ਤੁਹਾਡੇ ਹਲਕੇ ਦਾ ਮਾਮਲਾ ਹੈ,
ਤੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਨਿਰੋਲ ਇੱਕ ਧਾਰਮਿਕ ਸੰਸਥਾ ਹੈ, ਇਹਦੇ ਤੁਸੀਂ ਨੁਮਾਇੰਦੇ ਹੋ, ਚੁਣੇ ਹੋਏ ਨੁਮਾਇੰਦੇ ਹੋ, ਵੀ ਤੁਹਾਡਾ ਫਰਜ਼ ਬਣਦਾ ਸੀ। ਪਰ ਅਸੀਂ ਲੈ ਕੇ ਜਾ ਰਹੇ ਹਾਂ, ਜੇ ਕਿਤੇ ਉਹਨਾਂ ਨੂੰ ਵਿਸ਼ਵਾਸ ਵਿੱਚ ਲਿਆ ਹੁੰਦਾ ਅੱਗੇ ਤੁਹਾਨੂੰ ਇਸ ਤਰ੍ਹਾਂ ਦੀ ਦਿੱਕਤ ਨਹੀਂ ਸੀ ਆ ਸਕਦੀ। ਸਰਦਾਰ ਸਾਹਿਬ, ਗੱਲ ਤੇ ਤੁਹਾਡੀ 'ਚ ਵਜਨ ਹੈ, ਪਰ ਜਿਹੜੇ ਇਨਸਾਨ ਇਹ ਗੱਲ ਕਹਿਣ ਵੀ ਅਸੀਂ ਪ੍ਰਬੰਧਕ ਹਾਂ, ਅਸੀਂ ਮਾਲਕ ਹਾਂ, ਸਾਡੀਆਂ ਜ਼ਿੰਮੇਵਾਰੀਆਂ ਆ, ਰੋਜ਼ ਸਟੇਜਾਂ ਦੇ ਉੱਤੇ ਕਹਿਣ ਅਸੀਂ ਤੇ ਕਾਲੀ ਫੂਲਾ ਸਿੰਘ ਤੋਂ ਘੱਟ ਹੈ ਹੀ ਨਹੀਂ ਹੁਣ, ਉਹਨਾਂ ਨੂੰ ਅਸੀਂ ਚੇਤਾ ਕਰਾਉਣ ਜਾਵਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਬੇਅਦਬੀ ਹੁੰਦੀ ਆ? ਅਸੀਂ ਨਹੀਂ ਚੇਤਾ ਕਰਾਉਣ ਜਾਵਾਂਗੇ। ਉਹ ਕਹਿਣ ਵੀ ਸਿੱਖ ਸੰਗਤਾਂ ਆਓ ਆਪਾਂ ਇਕੱਠੇ ਹੋ ਕੇ ਚੱਲੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਇੱਥੇ ਬੇਅਦਬੀ ਹੁੰਦੀ ਆ, ਉਹਨਾਂ ਦੇ ਤਾਂ ਘਰ ਦੇ ਲਾਗੇ ਬੇਅਦਬੀ ਹੁੰਦੀ ਆ, ਉਹਨਾਂ ਦੀ ਕੀ ਪਤਾ ਕੀ ਮਜਬੂਰੀ ਕਰਕੇ ਉਹਨਾਂ ਨੇ ਇਹ ਗੱਲ ਹੀ ਨਹੀਂ ਬਾਹਰ ਆਉਣ ਦਿੱਤੀ। ਫਿਰ ਜਿੱਥੇ ਕਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰਕਟ ਸ਼ਾਟ ਹੁੰਦਾ, ਬਹਾਨਾ ਬਣਦਾ, ਇਹ ਮੈਂਬਰ ਜਿਹੜੇ ਹੈਗੇ 2-4 ਉਂਗਲਾਂ ਤੇ ਗਿਣਨ ਵਾਲੇ, ਇਹ ਤਾਂ ਮਾਮਲੇ ਨੂੰ ਰਫਾ ਦਫਾ ਕਰਾਉਣ ਜਾਂਦੇ ਆ ਪੁਲਿਸ ਦੇ ਨਾਲ ਬਹਿ ਕੇ, ਵੀ ਫਟਾਫਟ ਛੇਤੀ ਗੋਂਦਵਾਲ ਸਾਹਿਬ ਲੈ ਜਾਓ। ਜੇ ਇੱਥੇ ਸਤਕਾਰ ਕਮੇਟੀ ਦੇ ਸਿੰਘ ਆ ਗਏ ਤੇ ਉਹ ਸ਼ਰਾਰਤੀ ਅਨਸਰ ਆ, ਉਹਨਾਂ ਨੇ ਰੌਲਾ ਪਾ ਦੇਣਾ ਤੇ ਸਾਡੀਆਂ ਵੋਟਾਂ ਖਰਾਬ ਹੋ ਜਾਣੀਆਂ। ਤੁਸੀਂ ਕਹਿੰਦੇ ਉਹਨਾਂ ਨੂੰ ਨਾਲ ਲੈ ਕੇ ਚੱਲੋ, ਕਿਵੇਂ ਨਾਲ ਲੈ ਕੇ ਚੱਲਿਆ ਜਾਵੇ? ਜਾਂ ਤਾਂ ਹੋਵੇ ਵੀ ਅਸੀਂ ਪ੍ਰਬੰਧਕ ਨਾਲ, ਗੁਰੂ ਘਰ ਗੁਰਦੁਆਰਾ ਬੇਰ ਸਾਹਿਬ ਸਾਰਿਆਂ ਦਾ ਸਾਂਝਾ ਹੈਗਾ, ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਹੋ ਸਕਦਾ ਆ, ਪਰ ਹਰ ਸਿੱਖ ਦਾ ਉੱਥੇ ਹੱਕ ਬਣਦਾ ਆ। ਉੱਥੇ ਸਾਡਾ ਹੱਕ ਨਾ ਰੱਖਣ, ਗੁਰੂ ਗ੍ਰੰਥ ਸਾਹਿਬ ਦਾ ਤੇ ਉੱਥੇ ਹੱਕ ਹੈ ਨਾ, ਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਜੇ ਉਹਨਾਂ ਕੋਲ ਜਗ੍ਹਾ ਹੈ ਨਹੀਂ ਗੀ ਤੇ ਫਿਰ ਇਦੋਂ ਵੱਧ ਮੈਂ ਹੁਣ ਕੁਝ ਗੱਲ ਕਹਿ ਨਹੀਂ ਸਕਦਾ। ਇਹ ਤਾਂ ਸੰਗਤਾਂ ਨੇ ਜਸਟਿਸ ਕਰਨਾ ਆ ਕਿ ਕੀ ਹੋਣਾ ਚਾਹੀਦਾ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਆਏ ਹੋਏ ਗੁਰੂ ਗ੍ਰੰਥ ਸਾਹਿਬ ਦੇ 6 ਸਰੂਪਾਂ ਨੂੰ ਥਾਂ ਨਾ ਹੋਣ ਦਾ ਬਹਾਨਾ ਲਾ ਕੇ ਤੇ ਫਿਰ ਸਾਨੂੰ ਇੱਥੇ ਹੀ ਸਭਰਾਵਾਂ ਵਾਲੇ ਬਾਬੇ ਸ਼ਿੰਦਰ ਸੋਹਣਾ ਦੇ ਸਥਾਨ ਦੇ ਉੱਤੇ ਸਪੈਸ਼ਲ ਉਹਨਾਂ ਨੇ ਪਲੰਘਾ ਲਾਇਆ, ਉਹਨਾਂ ਨੇ ਵੀ ਤਿਆਰੀ ਕੀਤੀ, ਉਹਨਾਂ ਨੇ ਆਪਣਾ ਉੱਥੇ ਮਹਾਰਾਜ ਸਾਹਿਬ ਨੂੰ ਸੁਭਾਇਮਾਨ ਕੀਤਾ। ਪਰ ਇੱਥੇ ਵੀ ਹੁਣ ਇੱਕ ਸਵਾਲ ਹੈ ਕਿ ਕਿਸੇ ਡੇਰੇਦਾਰ ਦੇ ਕੋਲ ਜੀ ਕਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਹੋਣੇ ਚਾਹੀਦੇ ਨੇ? ਜੀ, ਕਿਉਂਕਿ ਪਿਛਲੇ ਦਿਨਾਂ ਵਿੱਚ ਤੁਹਾਡੀ ਹੀ ਮੈਂ ਇੱਕ ਸਪੀਚ ਸੁਣੀ ਸੀ ਜਿਹਦੇ ਵਿੱਚ ਤੁਸੀਂ ਬਕਾਇਦਾ ਕਿਹਾ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਸਰੂਪ ਨੇ, ਇਹਦੀ ਜਾਣਕਾਰੀ ਲਾਗੇ ਜਿਹੜਾ ਵੱਡਾ ਗੁਰਦੁਆਰਾ ਇਤਿਹਾਸਕ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਬਿਲਕੁਲ, ਉਹ ਜਿਹੜੀ ਜਾਣਕਾਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੋਣੀ ਚਾਹੀਦੀ ਹੈ। ਬਿਲਕੁਲ, ਤੇ ਡੇਰੇਦਾਰ ਨੂੰ ਕਦੋਂ ਸਰੂਪ ਦਿੱਤਾ ਹੈ, ਕਿੱਥੇ ਦਿੱਤਾ ਹੈ, ਉਹ ਬਿਲਕੁਲ। ਪ੍ਰੋਪਰਲੀ ਜਾਣਕਾਰੀਆਂ ਹੋਣੀਆਂ ਚਾਹੀਦੀਆਂ ਨੇ। ਮੇਰੇ ਖਿਆਲ ਦੇ ਵਿੱਚ ਕਾਫੀ ਸਰੂਪ ਅੱਗੇ ਹੋਣਗੇ, 6 ਸਰੂਪ ਆਪਾਂ ਹੋਰ ਦੇ ਕੇ ਆਏ ਆ। ਜੀ, ਤੁਹਾਨੂੰ ਲੱਗਦਾ ਨਹੀਂ ਪਿਆ ਵੀ ਇਹ ਠੀਕ ਕੀਤਾ ਤੁਸੀਂ? ਨਹੀਂ ਦੇਖੋ, ਜਿਹੜਾ ਤਾਂ ਡੇਰੇਦਾਰ ਸਿੱਖੀ ਦਾ ਪ੍ਰਚਾਰ ਕਰ ਰਿਹਾ, ਡੇਰੇਦਾਰ ਤੇ ਡੇਰੇਦਾਰ 'ਚ ਵੀ ਫਰਕ ਆ ਨਾ। ਇਹਨੂੰ ਆਪਾਂ ਡੇਰੇ, ਉਹ ਤਾਂ ਇੱਕ ਅਕੈਡਮੀ ਬਣਾ ਕੇ ਧਰਮ ਪ੍ਰਚਾਰ ਵੀ ਕਰ ਰਿਹਾ, ਕਾਰ ਸੇਵਾ ਵੀ ਕਰ ਰਿਹਾ। ਮੈਂ ਕਿਸੇ ਦੀ ਵੀ XYZ ਕੋਈ ਵੀ, ਮੇਰੀ ਟਾਰਗੇਟ ਬਾਬਾ ਸ਼ਿੰਦਰ ਸਿੰਘ ਵਾਲੇ ਪਾਸੇ ਨਾ ਲੈ ਕੇ ਜਾਓ। ਮੈਂ ਕਹਿੰਦਾ XYZ ਕੋਈ ਵੀ ਹੈ। ਮੇਰੀ ਬੇਨਤੀ ਸੁਣੋ ਨਾ। ਫਿਰ ਵੇਖੋ, ਹੁਣ ਸੁਖਜੀਤ ਸਿੰਘ ਘਰ ਤੇ ਉਹਨਾਂ ਨੂੰ ਸੁਖਾਸਨ ਕਰ ਨਹੀਂ ਸੀ ਸਕਦਾ, ਮੇਰੇ ਕੋਲ ਘਰ ਇੰਨਾ ਪ੍ਰਬੰਧ ਹੈ ਨਹੀਂ, ਸ਼੍ਰੋਮਣੀ ਕਮੇਟੀ ਕਹਿੰਦੀ ਥਾਂ ਨਹੀਂ ਹੈ, ਤੇ ਅਸੀਂ ਅਰਦਾਸ ਬੇਨਤੀ ਕਰ ਚੁੱਕੇ ਹੋਏ ਹਾਂ। ਤੇ ਕਿੰਨਾ ਕੁ ਚਿਰ ਬਈ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਪਾਲਕੀ ਸਾਹਿਬ 'ਚ ਲੈ ਕੇ, ਸਾਡੇ ਕੋਲ ਦੂਜਾ ਬਦਲਵਾਂ ਰੂਪ ਤੇ ਇਹ ਹੀ ਸੀ ਨਾ, ਸਾਡੇ ਧਿਆਨ 'ਚ ਆ ਵੀ ਸਰੂਪ ਅਸੀਂ ਉਹਨਾਂ ਕੋਲੋਂ ਇਹ ਲਿਖਤੀ ਲੈ ਲਿਆ ਹੋਇਆ ਕਿ ਤੁਹਾਡੇ ਕੋਲ 6 ਸਰੂਪ ਆਏ ਆ, ਪਿਛਲੇ ਕਿੰਨੇ ਆ ਕੀ ਆ, ਉਹਨਾਂ ਦੇ ਜ਼ਿੰਮੇਵਾਰ ਉੱਥੇ ਦੇ ਪ੍ਰਬੰਧਕ ਹੈਗੇ ਆ। ਇਹ ਅਜਿਹੀ ਜਿਹੜੀ ਗੱਲ ਵਾ, ਇਹ ਤਾਂ 40-40, 45-45, 50-50 ਸਰੂਪ ਜਠੇਰਿਆਂ ਵਾਲਿਆਂ ਨੇ ਦੁਆਬੇ ਵਿੱਚ ਬਹੁਤ ਥਾਵਾਂ ਤੇ ਸੁਭਾਇਮਾਨ ਆ। ਉਸ ਬੰਨੇ ਨੂੰ ਤਾਂ ਕਿਸੇ ਨੇ ਅੱਜ ਤੱਕ ਗੱਲ ਹੀ ਨਹੀਂ ਛੇੜੀ। 40-40, 50-50 ਬਿਲਕੁਲ। ਚਾਨੀਆਂ ਕਿਤੇ ਕਿਹਨਾਂ ਨੇ ਆ ਉਹ ਲਿਆਏ ਆ, ਇੱਥੋਂ ਸ਼੍ਰੋਮਣੀ ਕਮੇਟੀ ਕੋਲ ਲਿਆਏ ਆ ਜਾਂ ਚਤਰ ਸਿੰਘ ਜੀਵਨ ਸਿੰਘ ਕੋਲ ਲਿਆਏ ਆ। 45 ਸਰੂਪ ਪਿੰਡ ਚਾਨੀਆਂ, ਜ਼ਿਲ੍ਹਾ ਜਲੰਧਰ 'ਚ ਪਿਆ, ਛੋਟਾ ਜਿਹਾ ਪਿੰਡ ਆ। 45 ਸਰੂਪ 45 ਸਰੂਪ ਮੇਰੇ ਨਾਲ ਚੱਲੋ, ਅੱਜ ਚੱਲੋ, ਮੈਂ ਤੁਹਾਨੂੰ ਜਾ ਕੇ ਦਿਖਾਉਣਾ। ਇੱਕ ਬਠਿੰਡੇ ਤੋਂ ਮੈਨੂੰ ਵੀਰ ਫੋਨ ਕਰ ਰਿਹਾ, ਕੋਈ ਮਾਈ ਹੈ, ਕੋਈ ਮਾਈ, ਪਿੰਡ ਨਹੀਂ ਮੈਂ ਦੱਸੂਗਾ ਕਿਉਂਕਿ ਅਸੀਂ ਉੱਥੇ ਵੀ ਕਰਨੀ ਹੈ ਸੇਵਾ। ਉਹਨੇ ਨਿਸ਼ਾਨ ਸਾਹਿਬ ਵੀ ਨਹੀਂ ਲਾਇਆ, ਪੁੱਛਾਂ ਦੇ ਰਹੀ ਆ, ਤੇ 7 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ, ਤੇ ਉਹ ਕਹਿੰਦੀ ਹੈ ਮੈਨੂੰ ਮਾਤਾ ਸਾਹਿਬ ਦੇ ਕਹੋ। ਤੇ ਕੀ ਗੱਲ ਉੱਥੇ ਬਠਿੰਡੇ 'ਚ ਉਹ ਪ੍ਰਚਾਰਕ ਨਹੀਂ ਹੈਗੇ? ਨਹੀਂ, ਨਾਲੇ ਦੇਖੋ ਪਿਛਲੇ ਦਿਨਾਂ ਦੇ ਵਿੱਚ SGPC ਦੇ ਨੁਮਾਇੰਦਿਆਂ ਨੇ ਜੀ, ਸਿਆਣਿਆਂ ਨੇ, ਸੁਲਝਿਆਂ ਨੇ, ਕਿਉਂਕਿ ਮੈਂ ਸਾਰਿਆਂ ਨੂੰ ਗਲਤ ਵੀ ਨਹੀਂ ਕਵਾਂਗਾ। ਜੀ ਜੀ ਜੀ, ਠੀਕ ਹੈ, 2 4 8 10 ਗਲਤ ਹੋ ਸਕਦੇ, ਮੈਂ ਸਾਰਿਆਂ ਨੂੰ ਕਿਉਂ ਮਾੜਾ ਕਹਾਂ? ਜੀ, ਉਹਨਾਂ ਨੇ ਪਿਛਲੇ ਦਿਨਾਂ ਵਿੱਚ ਬਿਆਨ ਦਿੱਤੇ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਜਦੋਂ ਵੀ ਕੋਈ ਵੀ ਸੱਜਣ, ਮੈਂ ਸ਼ਬਦ ਤੇ ਕੋਈ ਵਰਤ ਰਿਹਾ ਮਾਂ, ਕੋਈ ਵੀ ਸੱਜਣ ਸਰੂਪ ਦੀ ਮੰਗ ਕਰਦਾ ਤੇ ਬਕਾਇਦਾ ਸਾਰੀ ਟੀਮ ਉਸ ਪਿੰਡ ਦੇ ਵਿੱਚ ਜਾਂਦੀ ਹੈ, ਦੇਖਦੀ ਹੈ ਵੀ ਸੱਚਮੁੱਚ ਇੱਥੇ ਪ੍ਰਕਾਸ਼ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ, ਪਿੰਡ ਦੇ ਵਿੱਚ ਕਿੰਨੇ ਗੁਰਦੁਆਰੇ ਨੇ, ਕੀ ਉਹ ਕਹਿੰਦੇ ਸਾਰਾ ਹੁੰਦਾ। ਉਸ ਤੋਂ ਬਾਅਦ ਸਰੂਪ ਦਿੱਤਾ ਜਾਂਦਾ ਤੇ 45 45 50 50 ਸਰੂਪ ਕਿਵੇਂ ਚਲੇ ਗਏ? ਅਜਿਹਾ ਨਹੀਂ ਹੁੰਦਾ, ਮੈਂ ਕਹਿੰਦਾ ਅਜਿਹਾ ਨਹੀਂ ਹੁੰਦਾ। ਇਹ ਸਿਰਫ ਅਖਬਾਰਾਂ, ਤੁਹਾਡੇ ਮੀਡੀਆ ਚੈਨਲਾਂ ਰਾਹੀਂ ਹੁੰਦਾ ਆ।
ਹਕੀਕਤ ਰੂਪ ਵਿੱਚ ਅਜਿਹਾ ਨਹੀਂ ਹੁੰਦਾ। ਫਰਦ ਮੇਰੇ ਮੇਰੇ ਸਬਰੂਪ ਕਿਵੇਂ ਜਾਂਦੇ ਆ? ਮੈਂ ਨੌਜਵਾਨ ਨੂੰ ਕਹੂੰਗਾ ਕਿ ਫਰਦ ਲਿਆਵੇ, ਮੈਂ ਤੁਹਾਨੂੰ ਦਿਖਾਵਾਂ। ਮੇਰੇ ਗੱਡੀ ਵਿੱਚ ਫਰਦ ਪਈ ਆ, ਪਰਸੋਂ ਹੀ ਹਜੇ ਲਈ ਆ। ਜਠੇਰਿਆਂ ਦੀ ਗੱਲ ਹੋਈ ਸੀ ਕਿ ਸੱਧੂਪੁਰ ਜਠੇਰੇ ਆ, ਮਾਲ ਰਿਕਾਰਡ ਵਿੱਚ ਜਠੇਰੇ ਆ, ਤੇ ਜਿਹੜੇ 48 ਰਿਪੋਰਟ ਆ ਉਹ ਚ ਤਾਪਸਥਾਨ ਬਣ ਗਿਆ ਹੋਇਆ ਤੇ ਪ੍ਰਕਾਸ਼ ਕਰਨ ਦੀ ਮਨਜ਼ੂਰੀ ਆ। ਦੱਸੋ ਹੁੰਦਾ? ਮਨਜ਼ੂਰੀ ਕਿਹਨੇ ਦਿੱਤੀ ਹੈ? ਅਕਾਲ ਤਖਤ ਸਾਹਿਬ ਨੇ, ਧਰਮ ਪ੍ਰਚਾਰ ਨੇ। ਫਰਦ ਤੁਸੀਂ ਕਢਾਈ ਹੈ, ਉਹਦੇ ਵਿੱਚ ਜਠੇਰਿਆਂ ਦੀ ਜਗ੍ਹਾ। ਬਿਲਕੁਲ। ਤੇ ਤੁਸੀਂ ਕਹਿੰਦੇ ਆ ਵੀ ਦੇਖ ਕੇ ਦਿੱਤਾ ਜਾਂਦਾ। ਇੱਥੇ ਤਾਂ ਹੁਣ ਮੈਂ ਜੇ ਮੰਨ ਲਓ ਇੱਕ ਜੀ, ਵਿਚਾਰ ਹੈ, ਜੀ। ਆਪਾਂ ਇਸੇ ਗੱਲ ਤੇ ਲੈ ਲਈਏ। ਜੀ ਜੀ ਸੱਜਣ ਠੱਗ ਸੀ, ਜੀ ਠੀਕ, ਜੀ ਠੱਗੀ ਛੱਡ ਦਿੱਤੀ, ਜੀ ਗਲਤ ਕੰਮ ਛੱਡ ਦਿੱਤੇ, ਜੀ ਕੀ ਬਣ ਗਿਆ? ਧਰਮਸ਼ਾਲਾ ਬਣ ਗਈ। ਧਰਮਸ਼ਾਲਾ ਬਣ ਗਈ। ਕਿਸੇ ਵੇਲੇ ਜਠੇਰੇ ਸੀ। ਜੀ ਮੈਂ ਇੱਥੇ ਐਸਜੀਪੀਸੀ ਦੇ ਹੱਕ 'ਚ ਨਹੀਂ ਭੁਗਤਦਾ ਪਿਆ ਕਿ ਤੁਸੀਂ ਮੇਰੀ ਗੱਲ ਨੂੰ ਲੈ ਲਓ ਵੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਹੱਕ 'ਚ। ਬਿਲਕੁਲ, ਮੈਂ ਕਹਿੰਦਾ ਵੀ ਸਹੀ ਨੂੰ ਸਹੀ ਕਹੋ ਯਾਰ, ਗਲਤ ਨੂੰ ਗਲਤ, ਕੋਈ ਵੀ ਹੋਵੇ। ਭਾਵੇਂ ਮੇਰੇ ਸਕਾ ਪਿਓ ਕਿਉਂ ਨਾ ਬਿਲਕੁਲ ਹੋਵੇ, ਹੈ ਨਾ? ਬਿਲਕੁਲ। ਹੁਣ ਇੱਥੇ ਇੱਕ ਗੱਲ ਬੜੀ ਸਮਝਣ ਵਾਲੀ ਹੈ। ਹੂੰ ਸੱਜਣ ਠੱਗ ਸੀ ਹੂੰ ਤਲੰਬੇ ਦੀ ਧਰਤੀ ਤੇ, ਹੂੰ ਠੱਗੀਆਂ ਛੱਡ ਗਿਆ, ਹੂੰ ਉਹ ਬਣ ਗਿਆ ਧਰਮਸ਼ਾਲਾ, ਹੂੰ। ਚੰਗੇ ਵਾਲੇ ਪਾਸੇ ਲੱਗ ਗਿਆ। ਹੂੰ। ਥਾਂ ਸੀ ਜਠੇਰਿਆਂ ਦੀ, ਹੂੰ ਉੱਥੇ ਕਰਮਕਾਂਡ ਜੇ ਮੁੱਕ ਗਏ ਹੂੰ। ਤੇ ਉੱਥੇ ਜੇ ਗੁਰਦੁਆਰਾ ਸਾਹਿਬ ਕੱਲ ਨੂੰ ਤਿਆਰ ਹੋ ਜਾਂਦੇ ਆ ਤੇ ਤੁਹਾਨੂੰ ਇਹਦੇ ਵਿੱਚ ਦਿੱਕਤ ਕੀ ਹੈ? ਸਾਨੂੰ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ। ਜੇ ਮਨਮਤ ਛੱਡੇ ਤਾਂ ਆ ਨਾ, ਮਨਮਤ ਛੱਡੀ ਨਹੀਂ ਜਾ ਰਹੀ। ਮਨਮਤ ਜਿਉਂਦਾ ਤੇ ਆ ਜਿਹੜੇ ਦਰਖਤ ਥੱਲੇ ਆਪਾਂ ਬੈਠੇ ਆ, ਇਹ ਦਰਖਤ ਆਕਸੀਜਨ ਛੱਡਦਾ ਵਾ ਸਵੇਰੇ ਵੀ ਤੇ ਸ਼ਾਮੀ ਵੀ, ਦੋਨੇ ਟਾਈਮ। ਠੀਕ ਦਰਖਤ ਆ, ਪਰ ਸਾਡੇ ਦੇਸ਼ 'ਚ ਤਾਂ ਇਹਦੀ ਵੀ ਪੂਜਾ ਕਰਵਾਈ ਜਾਂਦੀ ਆ, ਇਹਨੂੰ ਵੀ ਦੀਵੇ ਜਗਾਏ ਜਾਂਦੇ ਆ। ਸਾਡਾ ਰੋਣਾ ਇਸ ਗੱਲ ਦਾ ਆ ਕਿ ਜਿੱਥੇ ਕੋਈ ਹੋਰ ਪੂਜਾ ਨਾ ਹੁੰਦੀ ਹੋਵੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਤੇ ਫਿਰ ਜਦੋਂ ਪਿੰਡ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਵਾ, ਜੇ ਪਿੰਡ ਵਿੱਚ ਗੁਰਦੁਆਰੇ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਅਸੀਂ ਕਰ ਸਕਦੇ, ਅਖੰਡ ਪਾਠ ਸਾਹਿਬ ਕਰਕੇ ਸਾਡੀ ਪੂਰੀ ਨਹੀਂ ਪੈ ਸਕਦੀ, ਤੇ ਫਿਰ ਖੇਤਾਂ ਵਿੱਚ ਬਣੀ ਬਜ਼ੁਰਗਾਂ ਦੀ ਯਾਦ ਵਿੱਚ ਕਿਵੇਂ ਸਾਡੀ ਪੂਰੀ ਪੈ ਜਾਊਗੀ? ਕੀ ਉਹ ਪਾਠ ਜਿਹੜੇ ਆ ਗੁਰਦੁਆਰਾ ਸਾਹਿਬ ਨਹੀਂ ਹੋ ਸਕਦੇ? ਕੀ ਲੋੜ ਪਈ ਸਾਨੂੰ ਹੋਰ ਥਾਵਾਂ ਤੇ ਖਰਚਾ ਕਰਨ ਦੀ? ਹੈ ਕੋਈ ਸਾਡੇ ਕੋਲ ਇਹ? ਅਕਾਲ ਤਖਤ ਸਾਹਿਬ ਨੇ ਕਿਹਾ ਨਾ ਵੀ ਇੱਕ ਪਿੰਡ ਵਿੱਚ ਇੱਕ ਗੁਰਦੁਆਰਾ। ਜੇ ਗੁਰਦੁਆਰਾ ਹੈ ਤੇ ਫਿਰ ਜਠੇਰੇ ਕਿਉਂ? ਜਠੇਰਿਆਂ ਦੀ ਜਗ੍ਹਾ ਤੇ ਪ੍ਰਕਾਸ਼ ਕਿਉਂ? ਉਹ ਤਪਸਥਾਨ ਕਿਉਂ ਬਣਦੇ ਆ? ਉਹਨਾਂ ਨੂੰ ਤਪਸਥਾਨ ਕਿਹਾ ਜਾਂਦਾ, ਕਿਤੇ ਗੁਰੂ ਨਾਨਕ ਦਰਬਾਰ ਕਿਹਾ ਜਾਂਦਾ। ਸਿਰਫ ਤੇ ਸਿਰਫ ਇਹ ਬੋਰਡ ਰਾਜਨੀਤੀ ਆ। ਤੇ ਜਿਹੜੀ ਘਟਨਾ ਦੀ ਆਪਾਂ ਗੱਲ ਕਰਦੇ ਆ ਉਹ ਮਹਿਜ 5 ਕਿਲੋਮੀਟਰ ਦੀ ਦੂਰੀ ਕੀ ਤੇ। ਇੱਥੇ ਐਸਜੀਪੀਸੀ ਮੈਂਬਰ ਵਿੱਚ ਇਨਵੋਲਵ ਹੁੰਦਾ ਆ? ਜਿਵੇਂ ਤੁਸੀਂ ਦੱਸਿਆ ਵੀ ਉਹ ਪਹਿਲਾਂ ਫਰਦ ਜਿਹੜੀ ਹੈ ਉਹਦੇ ਵਿੱਚ ਜਠੇਰੇ ਨੇ ਜੀ, ਤੇ ਜਦੋਂ ਫਰਦ ਅਸੀਂ ਕਢਾ ਲੈਨੇ ਆ ਤੇ ਉਸ ਤੋਂ ਬਾਅਦ ਉੱਥੋਂ ਦਾ ਜੇ ਲੈਟਰ ਦੇਖਦੇ ਆ, ਜੀ ਪੜਤਾਲਾਂ ਦੇਖਦੇ ਆ, ਜੀ। ਤੇ ਉਹਨਾਂ ਦੇ ਵਿੱਚ ਉਹ ਜਿਹੜੀ ਜਗ੍ਹਾ ਆ ਉਹ ਧਾਰਮਿਕ ਤੌਰ ਦੇ ਉੱਪਰ ਤੁਸੀਂ ਦੱਸਿਆ ਵੀ ਉਹਦਾ ਨਾਮ ਬਦਲ ਦਿੱਤਾ ਗਿਆ, ਜਿਵੇਂ ਕਿ ਤੁਸੀਂ ਕੁਝ ਨਾਮ ਲਏ ਨੇ, ਤਪਸਥਾਨ ਦੂਜਾ ਤੀਜਾ। ਜੀ ਇਹ ਫਿਰ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਕੌਣ ਲੈ ਕੇ ਦਿੰਦਾ? ਵਿਚਕਾਰ ਵਿਚੋਲਾ ਕਿਹੜਾ ਹੁੰਦਾ? ਥੋੜਾ ਜਿਹਾ ਇਹਨਾਂ ਦੱਸ। ਇਹਦੇ ਵਿੱਚ ਦੇਖੋ ਜੀ, ਇਹਦੇ ਵਿੱਚ ਜਿਹੜੇ ਨਾ ਰਾਹ ਦੱਸ ਦਿੰਦੇ ਆ ਅਕਾਲ ਤਖਤ ਸਾਹਿਬ ਵਾਲੇ, ਉੱਥੇ ਬੈਠੇ ਆ, ਪਤਾ ਹੁੰਦਾ ਸਾਰਾ ਹੀ। ਉਹ ਸ਼੍ਰੋਮਣੀ ਕਮੇਟੀ ਮੈਂਬਰ ਦੀ ਉਹ ਪਵਾ ਲੈਂਦੇ ਆ ਸਹੀ। ਜਿਹੜੇ ਪ੍ਰਚਾਰਕਾਂ ਦੀ ਮਜਬੂਰੀ ਇਹ ਬਣ ਜਾਂਦੀ ਵੀ ਉਹਨਾਂ ਨੇ ਡੈਰੀ ਕਰਾਉਣੀ ਹੁੰਦੀ ਆ। ਹਾਂ, ਮੈਂਬਰ ਕੋਲੋਂ ਡੈਰੀ ਕਰਾਉਣੀ ਹੁੰਦੀ ਆ, ਤੇ ਮੈਂਬਰ ਦੀ ਇਹ ਹੁੰਦੀ ਆ ਵੀ ਮੈਂ ਜੇ ਇੱਥੇ ਨਾ ਪ੍ਰਕਾਸ਼ ਕਰਾਇਆ, ਮੈਂ ਕੱਲ ਨੂੰ ਮੈਕ ਫੜ ਕੇ ਵੋਟਾਂ ਮੰਗਣ ਜਾਣਾ। ਜੇ ਤਾਂ ਸਿਧਾਂਤ ਤੌਰ ਤੇ ਵੋਟਾਂ ਮੰਗਣਗੇ ਤੇ ਹੋ ਸਕਦਾ ਘਾਟਾ ਪੈ ਜਾਵੇ, ਉਹਨਾਂ ਦੀ ਇਹ ਸੋਚ ਆ। ਵੈਸੇ ਸਿਧਾਂਤ ਵਾਲੇ ਨੂੰ ਘਾਟਾ ਨਹੀਂ ਪੈ ਸਕਦਾ, ਤੇ ਉਹ ਫਿਰ ਵੋਟਾਂ ਦੀ ਖਾਤਰ ਉਹ ਅਣਮਤੀ ਥਾਂ ਦੇ ਉੱਤੇ ਪ੍ਰਕਾਸ਼ ਕਰਵਾ ਦਿੰਦੇ ਆ, ਮੈਂਬਰ ਤੇ ਪ੍ਰਚਾਰਕ ਰਲ ਮਿਲ ਕੇ। ਪ੍ਰਚਾਰਕ ਵੀ ਪਿੱਛੇ ਹੀ। ਬਿਲਕੁਲ। ਹੁਣ ਵੇਖੋ ਮੇਰੀ ਅੱਗੇ ਦੇਖੋ ਇੱਕ ਜੀ ਛੋਟੀ ਜਿਹੀ ਗੱਲ, ਆਪਾਂ ਦਰਸ਼ਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਮੈਟਰ ਕੀ ਹੈ, ਮਾਮਲਾ ਕੀ ਹੈ। ਜੀ, ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਮੈਂਬਰ ਹੈ ਉਹ ਲਿਖ ਦਿੰਦਾ ਹੈ ਜੀ ਵੀ ਇਹ ਜਗ੍ਹਾ ਪ੍ਰਕਾਸ਼ ਦੇ ਯੋਗ ਹੈ, ਜੀ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਪੜਤਾਲੀਆ ਤੌਰ ਦੇ ਉੱਪਰ ਪ੍ਰਚਾਰਕ ਜਾਂਦੇ ਪੜਤਾਲ ਕਰਨ ਵਾਸਤੇ ਜੀ, ਜੀ, ਸ਼੍ਰੋਮਣੀ ਕਮੇਟੀ ਵੱਲੋਂ, ਜੀ, ਜੀ, ਉਹਨਾਂ ਨੇ ਦੇਖਿਆ ਵੀ ਸਾਨੂੰ ਮੈਂਬਰ ਨੇ ਤੋਰਿਆ, ਇਸ ਕਰਕੇ ਉਹ ਹਾਮੀ ਭਰ ਦਿੰਦੇ ਨੇ, ਜੀ, ਜੀ, ਪ੍ਰਵਾਨਗੀ ਮਿਲ ਜਾਂਦੀ ਹੈ। ਬਿਲਕੁਲ। ਤੇ ਜੇ ਹੁਣ ਇੱਥੇ ਦਰਸ਼ਕਾਂ ਨੂੰ ਕੋਈ ਸਬੂਤ ਦਿਖਾਉਣਾ ਪਏ ਸੁਖਜੀਤ ਸਿੰਘ ਕੋਸੇ ਵੱਲੋਂ, ਆਹ ਦੇਖੋ ਜੀ, ਹਾਂ ਆਹ ਪਿਆ ਜੀ 51 ਨੰਬਰ ਆ ਫਰਦ ਦਾ। ਇਹ ਪਿੰਡ ਵੀ ਉਹੀ ਹੈ। ਆ ਲਿਖਿਆ ਜੀ ਗੈਰ ਮੁਮਕਿਨ ਜਠੇਰੇ। ਦਿਖਾ ਦਿਓ ਤੁਸੀਂ ਆਪਣੀ ਵੀਡੀਓ ਥਾਣੀ ਦਿਖਾ ਦਿਓ। ਗੈਰ ਮੁਮਕਿਨ ਜਠੇਰੇ, ਹਾਂ ਜੀ। ਮਾਲ ਵਿਭਾਗ ਅੱਜ ਵੀ ਜਠੇਰੇ ਕਹਿੰਦਾ ਆ। ਅਫਸੋਸ ਸਾਡੀ ਪੜਤਾਲੀਆ ਟੀਮ ਉਹਨੂੰ ਤਪਸਥਾਨ ਕਹਿ ਰਹੀ ਆ, ਚੰਦ ਵੋਟਾਂ ਦੇ ਲਾਲਚ 'ਚ, ਚੰਦ ਛਿੱਲੜਾਂ ਦੇ ਲਾਲਚ 'ਚ, ਚੰਦ ਛਿੱਲੜਾਂ ਦੇ ਲਾਲਚ 'ਚ ਮਾਲ ਵਿਭਾਗ ਅੱਜ ਜਠੇਰੇ ਕਹਿੰਦਾ। ਗੋਲਕ ਲੱਗੀ ਹੋਈ ਆ ਉੱਥੇ ਅੱਜ। ਕੌਣ ਦਿੰਦਾ? ਉਹ ਤਾਂ ਫਿਰ ਜਿਵੇਂ ਦੀ ਕਰਪਸ਼ਨ ਦੂਜਿਆਂ ਮਹਿਕਮਿਆਂ 'ਚ ਚੱਲਦੀ ਆ, ਉਹ ਸ਼੍ਰੋਮਣੀ ਕਮੇਟੀ ਦੇ ਮਹਿਕਮਿਆਂ 'ਚ ਨਹੀਂ ਚੱਲਦੀ ਕਿਤੇ।
ਸਾਰਾ ਕੁਝ ਹੁੰਦਾ। ਪੱਕੀ ਗੱਲ ਹੈ। ਪੱਕੀ ਗੱਲ ਹੈ ਇਹ, ਹੋਰ ਕੀ ਹੋ ਸਕਦਾ। ਮਰ ਕਹਿੰਦੇ ਕਰਾਮਾਤ ਹੈ ਇਹ, ਪੈਸਾ ਵੀ ਇੱਕ ਕਰਾਮਾਤ ਆ, ਵੱਡੇ ਵੱਡੇ ਬਦਲ ਜਾਂਦੇ ਆ। ਇਸ ਕਰਕੇ ਮੈਂ ਦੂਜੀ ਵਾਰ ਤੁਹਾਨੂੰ ਇਹ ਬੇਨਤੀ ਕਰਦਾ ਆਪਣੇ ਟੌਪਿਕ ਤੋਂ ਹਟ ਕੇ। ਮੈਂ ਇੱਕ ਦਿਨ ਮੇਰੇ ਕੋਲ 48 ਵੀਰ ਆਏ ਵੀ ਸੀ, ਉਹਨਾਂ ਨੂੰ ਮੈਂ ਫਰਦ ਦੀ ਕਾਪੀ ਦੁਬਾਰਾ ਦਿੱਤੀ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰਾ ਸੁਪਰੀਮ ਅਕਾਲ ਤਖਤ ਸਾਹਿਬ ਸਾਡਾ ਸੁਪਰੀਮ ਕੋਰਟ ਆ, ਮੈਂ ਦੁਨਿਆਵੀ ਕੋਰਟ ਵਿੱਚ ਜਾਵਾਂ। ਜੇ ਨਾ ਇਨਸਾਫ ਮਿਲਿਆ ਤਾਂ ਫਿਰ ਇਹਨੂੰ ਲੈ ਕੇ ਮੈਨੂੰ ਜਾਣਾ ਪੈਣਾ ਆ ਕੋਰਟ ਦੇ ਵਿੱਚ। ਕੋਰਟ ਦੇ ਵਿੱਚ ਜਾਊਂਗਾ ਤੇ ਫਿਰ ਜਿਹੜੇ ਪ੍ਰਚਾਰਕ ਮੈਂਬਰ ਤੇ ਚਲ ਗਿਆ, ਰੱਬ ਨੂੰ ਹੋ ਗਿਆ ਪਿਆਰਾ, ਉਹ ਤਾਂ ਰੱਬ ਦੇ ਘਰ ਚਲੇ ਗਿਆ। ਤੇ ਹੁਣ ਪ੍ਰਚਾਰਕਾਂ ਨੂੰ ਫਿਰ ਉੱਥੇ ਜਵਾਬ ਦੇਣਾ ਪੈਣਾ, ਲਿਆਉਣ ਕਿੱਥੇ ਤਾਪਸਤਾਨ ਬਣਿਆ, ਕਿੱਦਾਂ, ਕਿਹੜੇ ਸੰਨ 'ਚ ਕਿੱਦਾਂ ਤਾਪਸਤਾਨ ਬਣ ਗਿਆ। ਸੋ ਇਸ ਕਰਕੇ ਇਹਨਾਂ ਦੀ ਜਿਹੜੀ ਕਰਨੀ ਆ ਉਹ ਤੇ ਸਵਾਲੀਆ ਨਿਸ਼ਾਨ ਆ। ਮਖੂ ਸਾਹਿਬ ਜਿਹੜੇ ਹੁਣ ਜਿਹੜੇ 2 ਮੈਂਬਰ ਸਾਡੇ ਹਲਕੇ ਦੇ ਤੇ ਜਿਹੜੇ ਮੈਂਬਰ ਦੇ ਹੁਣ ਜਿਹੜਾ ਮੈਂਬਰ ਹੈਗਾ ਇਹਦੇ ਹਲਕੇ ਦੇ, ਇਹਦੇ ਘਰ ਤੋਂ ਮਹਿਜ 5 ਕਿਲੋਮੀਟਰ 10 ਮਹੀਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ, ਤੈਨੂੰ ਨੀਂਦ ਕਿੱਦਾਂ ਆ ਗਈ ਭੈੜਿਆ? ਤੈਨੂੰ ਪਤਾ ਹੀ ਨਹੀਂ ਲੱਗਾ? ਤੇਰੇ ਨੇਤਾ ਨੂੰ, ਤੇਰੇ ਨੇਤਾ ਦੀ ਟਹਿਲ ਸੇਵਾ ਨਾ ਹੋਵੇ, ਤੇਰੇ ਨੇਤਾ ਦਾ ਨਾ ਹੋਵੇ, ਜਲ ਪਾਣੀ ਨਾ ਮਿਲੇ ਜਾਂ ਉਹਦਾ ਸਤਿਕਾਰ ਬਹਾਲ ਨਾ ਹੋਵੇ, ਤੂੰ ਖੜ ਜਾਏਗਾ? ਘਰ 'ਚ ਸਾਡਾ ਮਾਂ ਪਿਓ ਆ, ਮਾਂ ਪਿਓ ਦੀ ਅਸੀਂ ਉਹਨੂੰ ਮਾਂ ਪਿਓ ਨੂੰ ਆਪਣੇ ਨੂੰ ਨਜ਼ਰਬੰਦ ਕਰ ਸਕਦੇ ਹਾਂ 10 ਮਹੀਨੇ ਲਈ? ਦਰਵਾਜ਼ਾ ਬੰਦ ਕਰ ਸਕਦੇ ਹਾਂ? ਤੇ ਫਿਰ ਗੁਰੂ ਗ੍ਰੰਥ ਸਾਹਿਬ ਸਾਡਾ ਕਹਿਣ ਲਈ ਹੈਗੀ ਆ ਵੀ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਕੋ ਸ਼ਬਦ ਮੈਂ ਲੈ। ਫਿਰ ਗੁਰੂ ਨੂੰ ਜਿੰਦੇ ਲਾ ਕੇ ਰੱਖਾਂਗੇ? ਜ਼ਿੰਮੇਵਾਰੀ ਕਿਹਦੀ ਬਣਦੀ ਆ? ਇਸ ਕਰਕੇ ਮੈਂ ਤੁਹਾਡੇ ਉਸ ਸਵਾਲ ਦੇ ਨਾਲ ਸਹਿਮਤ ਨਹੀਂ ਹੈਗਾ ਕਿ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਨਾਲ ਨਹੀਂ ਲੈ ਕੇ ਗਏ, ਉਲਟਾ ਸ਼੍ਰੋਮਣੀ ਕਮੇਟੀ ਸੰਗਤ ਨੂੰ ਨਾਲ ਲੈ ਕੇ ਚੱਲੇ। ਬਿਲਕੁਲ ਜੀ ਸੁਖਜੀਤ ਸਿੰਘ ਖੋਸਾ ਜੀ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀਆਂ ਤੁਹਾਡੇ। ਸਮੇਂ ਦੇ ਉੱਪਰ ਤੁਸੀਂ ਆਪਣੀਆਂ ਸੇਵਾਵਾਂ ਜਦੋਂ ਕਰਦੇ ਹੋ ਤੇ ਸਾਡੇ ਨਾਲ ਉਹ ਸੇਵਾ ਦੀ ਸਾਂਝ ਪਾ ਦਿੰਦੇ ਹੋ, ਕਿਉਂਕਿ ਕੱਲ ਵਾਲਾ ਮਾਮਲਾ ਕਾਫੀ ਵੱਡਾ ਮਾਮਲਾ ਸੀ, ਪ੍ਰਸ਼ਾਸਨ ਦਾ ਕਾਫੀ ਹਿੱਸਾ ਨਾਲ ਗਿਆ। ਕੁਝ ਕਿਤੇ ਐਸੇ ਵੀ ਖਬਰਾਂ ਆ ਰਹੀਆਂ ਸੀ ਵੀ ਕਿਤੇ ਕੋਈ ਵਿਵਾਦ ਨਾ ਭਖ ਜਾਵੇ। ਬਿਲਕੁਲ ਵਿਵਾਦ, ਜਿੱਥੇ ਕਤਲ ਹੋ ਚੁੱਕਾ ਵਿਵਾਦ ਭਖਣਾ ਜ਼ਰੂਰੀ। ਉੱਥੇ ਮੈਂ ਗੱਲ ਹੋਰ ਇੱਕ ਤੁਹਾਡੇ ਨਾਲ ਸਾਂਝੀ ਕਰਨਾ, ਮੈਨੂੰ ਲੱਗਦਾ ਕਿ ਤੁਸੀਂ ਹੁਣ ਪ੍ਰੋਗਰਾਮ ਦੀ ਸਮਾਪਤੀ ਕਰਨ ਵਾਲੇ ਆ, ਪਰ ਮੈਂ ਇਹ ਚਾਹੁੰਦਾ ਵਾਂ ਕਿ ਜੇ 6 ਸਰੂਪਾਂ ਦਾ ਇਹਨਾਂ ਨੂੰ ਥੋ ਪਤਾ ਨਹੀਂ ਹੈਗਾ ਤੇ 267 ਸਰੂਪ ਕਿੱਦਾਂ ਤੁਹਾਨੂੰ ਲੱਭ ਕੇ ਦੇ ਦੇਣਗੇ? ਇਹ ਬਹੁਤ ਵੱਡਾ ਸਵਾਲ ਹੈ। ਜਿਹੜੇ 267 ਸਰੂਪਾਂ ਵਾਲੀ ਵੀ ਗੱਲ ਅੱਜ ਚੱਲ ਰਹੀ ਹੈ ਨਾ, ਜਿਹੜਾ ਇਹਨਾਂ ਨੂੰ ਜੋ ਜਵਾਬ ਨਹੀਂ ਸੀ ਆਉਂਦਾ, ਉਹ ਸਰੂਪਾਂ ਦੀ ਮੈਨੂੰ ਜਿੱਥੋਂ ਤੱਕ ਮੈਨੂੰ ਸਮਝ, ਮੇਰਾ ਵਿਚਾਰ ਆ, ਫੈਸਲਾ ਨਹੀਂ, ਉਹ ਸਰੂਪ ਵੀ ਐਵੇਂ ਹੀ ਗਏ ਨੇ। ਹਾਂਜੀ ਫਲਾਣੇ ਵੱਡੇ ਸਾਹਿਬ ਦਾ ਫੋਨ ਆ ਗਿਆ ਜੀ, ਸਰੂਪ ਦੇ ਦਿਓ ਜੀ। ਅੱਛਾ ਜੀ। ਫਿਰ ਮਾਤੜ ਬੰਦਾ ਉੱਥੇ ਉਹਨੇ ਰਿਕਾਰਡ 'ਚ ਕੀ ਲਿਖਣਾ ਆ? ਜਦੋਂ ਵੱਡੇ ਸਾਹਿਬ ਦਾ ਫੋਨ ਆ ਗਿਆ, ਵੱਡੇ ਤੋਂ ਤੁਸੀਂ ਮੰਨਦੇ ਹੀ ਹੋ, ਬਾਈ ਨੇਮ ਪਤਾ ਹੀ ਆ ਸਾਰਿਆਂ ਨੂੰ। ਉੱਥੇ ਅਸੀਂ ਤੇ ਨਹੀਂ ਮੰਨਦੇ, ਉੱਥੇ ਜਿਹੜਾ ਮੰਨਦਾ ਮੰਨੇ, ਅਸੀਂ ਤੇ ਵੱਡਾ ਸਾਹਿਬ ਇੱਕੋ ਨੂੰ ਮੰਨਦੇ ਆ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ। ਸਾਹਿਬ ਨਹੀਂ ਸਾਹਿਬ, ਵੱਡੇ ਸਾਹਿਬ ਜੀ। ਸਾਹਿਬ ਦਾ ਤੇ ਸਾਹਿਬ ਦਾ ਬਹੁਤ ਫਰਕ ਆ। ਸਾਹਿਬ ਦੁਨਿਆਵੀ ਆ ਤੇ ਸਾਹਿਬ ਪਰਮਾਤਮਾ ਆ ਜੀ। ਉਹ ਸਾਹਿਬ ਤੇ ਸਾਹਿਬ ਰਲ ਨਹੀਂ ਸਕਦੇ ਜੀ। ਇਸ ਕਰਕੇ ਉਹ ਜਦੋਂ ਵੱਡੇ ਸਾਹਿਬ ਦਾ ਫੋਨ ਆ ਜਾਂਦਾ, ਫਿਰ ਉਹ ਨਿੱਕੇ ਮੁਲਾਜ਼ਮ ਦੇ ਤੇ ਪੈਰਾਂ ਥੱਲੋਂ ਮਿੱਟੀ ਨਿਕਲ ਜਾਂਦੀ ਹੈ, ਫਿਰ ਰਿਕਾਰਡ ਕਿੱਥੋਂ ਪੂਰਾ ਹੋਣਾ? ਬਿਲਕੁਲ ਜੀ। 267 ਸਰੂਪਾਂ ਬਾਰੇ ਇੱਕ ਵੱਖਰੇ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਮਾਮਲਾ ਕਾਫੀ ਗੰਭੀਰ ਬਣਦਾ ਜਾ ਰਿਹਾ। ਜਸਦਰ ਸਾਹਿਬ ਨੂੰ ਉੱਤੇ ਬਿਆਨ ਦੇਣਾ ਪਿਆ, ਮੁੱਖ ਸਕੱਤਰ ਦਾ ਮੌਕੇ ਤੇ ਨਾ ਹੋਣਾ, ਕਾਫੀ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਉੱਪਰ ਆਪਾਂ ਡੂੰਘੀਆਂ ਵਿਚਾਰਾਂ ਕਰਾਂਗੇ। ਸੋ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ, ਸਮੇਂ ਦੇ ਉੱਪਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ। ਪਰ ਮੈਂ ਤੁਹਾਡੇ ਇਸ ਚੈਨਲ ਦੀ ਇਸ ਐਪੀਸੋਡ, ਇਸ ਆਪਣੀ ਗੱਲਬਾਤ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਸਿੱਖ ਸੰਗਤਾਂ ਨੂੰ ਵੀ ਪਿਆਰਿਓ, ਤੁਸੀਂ ਉਹ ਹੱਲਾ ਮਾਰੋ ਕੋਈ ਪਿੰਡ 'ਚ ਜਿਹੜੇ ਗੁਰਸਿੱਖ ਬੈਠੇ ਹੋ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵੱਧ ਸਰੂਪ ਹੈਗੇ ਨੇ। 100 ਪਰਿਵਾਰ ਦੀ ਗਿਣਤੀ ਵਿੱਚ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੜੀ ਹੁੰਦੀ ਹੈ। ਆਪਾਂ ਓਨਾ ਕਰੀਏ, ਬਾਕੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਬ ਸਤਿਕਾਰ ਨਾਲ ਅਸਥਾਨਾਂ ਤੇ ਪਹੁੰਚਾਈਏ। ਬੇਅਦਬੀ ਬਹੁਤ ਹੋ ਰਹੀ ਆ, ਚੂਹੇ ਟੁੱਕ ਰਹੇ ਆ, ਕਿਰਲੀਆਂ ਪਿਸ਼ਾਬ ਕਰ ਰਹੀਆਂ ਆ, ਬੁਰਾ ਹਾਲ, ਬਹੁਤ ਜ਼ਿਆਦਾ ਮੰਦੀ ਬੇਅਦਬੀ ਹੋ ਰਹੀ ਆ, ਜਿਹੜੀ ਕਹਿਣ ਕਥਨ ਤੋਂ ਬਾਹਰ ਆ। ਇਸ ਕਰਕੇ ਆਓ ਰਲ ਮਿਲ ਕੇ ਸਾਨੂੰ ਹਮਲਾ ਮਾਰਨਾ ਪੈਣਾ। ਇਹਨਾਂ ਤੋਂ ਸਾਨੂੰ ਕੋਈ ਆਸ ਨਹੀਂ। ਤੁਹਾਡੀ ਟੀਮ ਦਾ, ਸਮੁੱਚੀ ਦਾ, ਤੁਹਾਡੇ ਚੈਨਲ ਦਾ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਵੀਰ ਸੁਖਜੀਤ ਸਿੰਘ ਖੋਸਾ ਜੀ, ਜਿਨ੍ਹਾਂ ਨੇ ਸਾਡੇ ਨਾਲ ਕਾਫੀ ਖੁੱਲ੍ਹੀ ਗੱਲਬਾਤ ਕੀਤੀ ਹੈ। ਪਰ ਜਦੋਂ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਸੰਭਾਲ ਦੀ ਗੱਲ ਆ ਜਾਂਦੀ ਹੈ ਤਾਂ ਅਸੀਂ ਆਮ ਕਰਕੇ ਸਿੱਖ ਰਹਿਤ ਮਰਿਆਦਾ ਪੜ੍ਹਦੇ ਹਾਂ। ਸਿੱਖ ਰਹਿਤ ਮਰਿਆਦਾ ਦੇ ਵਿੱਚ ਇੱਕ ਚੀਜ਼ ਬਕਾਇਦਾ ਦਰਜ ਹੈ, ਪ੍ਰਕਾਸ਼ ਕਰਨ ਤੋਂ ਲੈ ਕੇ ਬਿਰਾਜਮਾਨ ਤੱਕ ਦੀ। ਪਤਾ ਨਹੀਂ ਗਜ਼ਬ ਦੀ ਗੱਲ ਇਹ ਆ ਵੀ ਉਨੀ ਸਿੱਖ ਕੌਮ ਦੀ ਆਬਾਦੀ ਦੀ ਜਿੰਨੀਆਂ ਸਿੱਖ ਪੰਥ ਦੇ ਵਿੱਚ ਰਹਿਤ ਮਰਿਆਦਾ ਦੀਆਂ ਕਾਪੀਆਂ ਵੰਡੀਆਂ ਗਈਆਂ ਨੇ, ਕਿੱਥੇ ਚਲੀਆਂ ਗਈਆਂ? ਜੇ ਪੜ੍ਹੀਆਂ ਨਹੀਂ ਤੇ ਕਿੱਥੇ ਸਾਂਭੀਆਂ ਗਈਆਂ? ਬਹੁਤ ਵੱਡਾ ਇੱਕ ਸਵਾਲ ਆ ਜਾਂਦਾ ਹੈ। ਪਰ ਫਿਰ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੱਲਬਾਤ ਕਰਦੇ ਹਾਂ
ਤੇ ਪਤਾ ਲੱਗੇ ਵੀ 10 ਮਹੀਨੇ ਹੋ ਗਏ ਨੇ ਇੱਕ ਪਿੰਡ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ, ਪਾਤਸ਼ਾਹ ਜੀ ਦਾ ਪਾਵਨ ਗੁਰਦੁਆਰਾ ਸਾਹਿਬ ਨੂੰ ਬੰਦ ਕੀਤਾ ਹੋਇਆ, ਜੰਦਰਾ ਲਾਇਆ ਹੋਇਆ ਹੈ। ਫਿਰ ਜਦੋਂ ਇਹ ਗੱਲ ਪੰਥਕ ਸ਼ਫਾ ਦੇ ਵਿੱਚ, ਪੰਥਕ ਵਿਹੜੇ ਦੇ ਵਿੱਚ ਆ ਜਾਂਦੀ ਹੈ ਤੇ ਪੰਥ ਨੂੰ ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਖੂਨ ਖੌਲਦਾ ਤੇ ਅੱਗੇ ਚੱਲਦੇ ਨੇ। ਕਿਉਂਕਿ ਕੱਲ੍ਹ ਵਾਲਾ ਮਾਮਲਾ ਕਾਫੀ ਟਕਰਾਅ ਵਾਲਾ ਮਾਮਲਾ ਬਣ ਗਿਆ ਸੀ, ਪ੍ਰਸ਼ਾਸਨ ਕਾਫੀ ਵੱਡੀ ਤਾਦਾਦ ਵਿੱਚ ਸੀ। ਕੁਝ ਲੋਕਾਂ ਦਾ ਕਹਿਣਾ ਇਹ ਸੀ ਵੀ ਅੱਗੇ ਵੀ ਕਤਲ ਹੋਇਆ ਸੀ, ਅੱਜ ਫੇਰ ਕਤਲ ਹੋਵੇਗਾ, ਗੋਲੀਆਂ ਚੱਲਣਗੀਆਂ, ਪਰ ਵਾਹਿਗੁਰੂ ਨੇ ਕਿਰਪਾ ਕੀਤੀ, ਐਸਾ ਮਾਹੌਲ ਨਹੀਂ ਬਣਿਆ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗਾ। ਧੰਨਵਾਦੀ ਹਾਂ ਸਮੁੱਚੀ ਸਿੱਖ ਕੌਮ ਦਾ ਜੋ ਬੜਾ ਪਿਆਰ ਦਿੰਦੇ ਨੇ ਤੇ ਤੁਹਾਡੇ ਪਿਆਰ ਦੇ ਸਦਕਾ ਸਾਡੇ ਵਿੱਚ ਉਤਸ਼ਾਹ ਬਣਦਾ ਹੈ। ਧੰਨਵਾਦੀ ਹਾਂ ਵੀਰ ਸੁਖਜੀਤ ਸਿੰਘ ਖੋਸਾ ਵਰਗੇ ਵੀਰਾਂ ਦਾ ਜਿਹੜੇ ਉਦਮ ਤੇ ਉਪਰਾਲਾ ਇਸ ਪ੍ਰਕਾਰ ਦਾ ਕਰਦੇ ਨੇ। ਪਰ ਮੇਰੇ ਸਵਾਲ ਵੀ ਇਸੇ ਪ੍ਰਕਾਰ ਇਹਨਾਂ ਵੀਰਾਂ ਦੇ ਉੱਪਰ ਰਹਿਣਗੇ। ਮਿਲਦੇ ਹਾਂ ਜਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।